ਹੁਣ ਲਾਲ ਕਿਲਾ ਕੋਈ ਮੈਕਡੋਨਲਡ ਤੇ ਪੀਜ਼ਾ ਹਟ ਤਾਂ ਹੈ ਨਹੀਂ ਕਿ ਜਿਹੜਾ ਮਰਜ਼ੀ ਅੰਦਰ ਵੜ ਜੇ। ਉਹ ਕਿੱਥੋਂ ਵੜ ਗਏ ਉੱਥੇ? ਔਰ ਉਹਨਾਂ ਨੂੰ ਉੱਥੇ ਵੜ ਕੇ ਜੋ ਉਹਨਾਂ ਨੇ ਹੁੱਲੜਬਾਜ਼ੀ ਕੀਤੀ, ਜੋ ਉਹਨਾਂ ਨੇ ਕੰਮ ਕੀਤਾ, ਉਸ ਨੂੰ ਬਾਰ-ਬਾਰ 3-4 ਘੰਟੇ 7 ਘੰਟੇ ਅੱਛੀ ਤਰ੍ਹਾਂ ਉਹਨਾਂ ਨੂੰ ਜੋ ਕਰਨਾ ਸੀ ਕਰਨ ਦਿੱਤਾ। ਮੀਡੀਆ 'ਚ ਉਜਾਗਰ ਹੋਇਆ, ਐਡਾ ਸਪਸ਼ਟ ਲੱਗਦਾ ਸੀ ਫਿਕਸਡ ਮੈਚ। ਜਿਹੜੇ ਆ ਦੀਪ ਸਿੱਧੂ, ਆ ਲੱਖੇ ਵਰਗੇ ਜਾਂ ਹੋਰ ਜਿਹੜਾ ਕੋਈ ਕਿਸਾਨ ਜਥੇਬੰਦੀ ਦੇ ਲੀਡਰ ਹੈ, ਉਹਨਾਂ ਬਾਰੇ ਜੋ ਆਮ ਚਰਚਾ ਅੱਜ ਚੱਲ ਰਹੀ ਹੈ ਕਿ ਜਿਹੜਾ ਬੰਦਾ ਪ੍ਰਾਈਮ ਮਿਨਿਸਟਰ ਆਫਿਸ ਤੱਕ ਪਹੁੰਚ ਸਕਦਾ ਹੈ, ਇਹਨੇ ਚੰਗੇ ਮਾਹੌਲ 'ਚ ਫੋਟੋ ਲਵਾ ਸਕਦਾ, ਉਹ ਕੁਝ ਵੀ ਕਰ ਸਕਦਾ। ਜੇ ਸਾਰੇ ਸਰਕਾਰ ਦੇ ਹੱਥਕੰਡੇ ਫੇਲ ਹੋ ਗਏ ਤੇ ਇਹ ਤਾਂ ਬੜਾ ਸੌਖਾ ਕੰਮ ਸੀ। ਆਪ ਦੀਆਂ ਵੱਡਮੁੱਲੀਆਂ ਕੁਰਬਾਨੀਆਂ ਦੇ ਗਈਆਂ ਇਸ ਅੰਦੋਲਨ ਵਾਸਤੇ, ਛੋਟੀ ਛੋਟੀ ਉਮਰ ਤੋਂ ਵੱਡੇ ਵੱਡੇ ਬਜ਼ੁਰਗ ਤੱਕ, ਮਗਰ ਹਲੇ ਤੱਕ ਕੇਂਦਰ ਦੀ ਸਰਕਾਰ ਨੇ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨਾ ਵੀ ਨਹੀਂ ਠੀਕ ਸਮਝਿਆ। ਠੀਕ ਹੈ ਕਿ ਇੰਡੋਨੇਸ਼ੀਆ 'ਚ ਜਹਾਜ਼ ਡਿੱਗਦਾ, ਤੁਸੀਂ ਉਹ ਕੀਤਾ, ਕਰਨਾ ਵੀ ਚਾਹੀਦਾ, ਤੇ ਫਿਰ ਆਪਣਿਆਂ ਨਾਲ ਕਿਉਂ ਨਹੀਂ ਤੁਹਾਡਾ ਦੁੱਖ ਸਾਂਝਾ ਹੁੰਦਾ? ਵਾਇਲੈਂਸ ਜਾਂ ਪ੍ਰਾਪਰਟੀ ਨੂੰ ਡੈਮੇਜ ਕਰਨਾ, ਮੈਂ ਸਮਝਦਾ ਕੋਈ ਵੀ ਜਿਹੜਾ ਸੱਚਾ ਕਿਸਾਨ ਹੈ ਉਹ ਇਹ ਕੰਮ ਕਰ ਹੀ ਨਹੀਂ ਸਕਦਾ। ਇੱਕ ਬੰਦਾ ਉਹਦਾ ਤਾਂ ਨਾਂ ਲੈਣਾ ਮੈਂ ਸਮਝਦਾ ਕਲੰਕ ਵਾਲੀ ਗੱਲ ਹੈ, ਜੋ ਉਹਨੇ ਏਡਾ ਵੱਡੀ ਗੱਦਾਰੀ 3 ਬੰਦਿਆਂ ਨੇ ਉੱਥੇ ਜੋ ਪ੍ਰੋਟੈਸਟ 'ਚ ਕੀਤੀ ਹੈ, ਔਰ ਉਹਦੇ ਕਰਕੇ ਜੋ ਉਹਨਾਂ ਨੇ ਸਾਰੀ ਕਾਰਵਾਈ ਕੀਤੀ, ਉਹਨਾਂ ਕਰਕੇ ਸਾਰਾ ਨੈਰੇਟਿਵ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੁਕਮਰਾਨ ਵੱਲੋਂ। ਉਹ 1984 ਸੀ ਤੇ ਅੱਜ ਫੋਟੋ ਇਹ ਤਾਜ਼ੀ ਹੈ। ਅੱਜ 2021 ਚ ਫਰਕ ਇੰਨਾ ਹੈ ਕਿ ਪੁਲਿਸ ਉਹੀ ਆ ਦਿੱਲੀ ਦੀ, ਮਗਰ ਅੱਜ ਦਿੱਲੀ ਦੀ ਪੁਲਿਸ ਦੀ ਥਾਂ, ਦਿੱਲੀ ਦੀ ਪੁਲਿਸ ਦੇ ਨਾਲ ਕਾਂਗਰਸ ਨਹੀਂ, ਅੱਜ ਭਾਜਪਾ ਹੈ। ਪੰਜਾਬ ਦਾ ਮੁੱਖ ਮੰਤਰੀ ਇੱਕ ਸਿੱਖ ਹੋਵੇ ਔਰ ਪੰਜਾਬੀ ਇਕੱਲੇ ਵੇਖ ਕੇ ਬਰਦਾਸ਼ਤ ਕਰੀ ਜਾਣਗੇ ਕਿ ਜੋ ਮਰਜ਼ੀ ਕਰ ਦਿਓ, ਜਿਹੜਾ ਮਰਜ਼ੀ ਆ ਕੇ ਰੋਲ ਜਾਏ ਜਿਹਨੂੰ ਮਰਜ਼ੀ, ਇਹ ਗੱਲ ਕਦੇ। ਔਰ ਜੇ ਕੈਪਟਨ ਅਮਰਿੰਦਰ ਸਿੰਘ ਨੇ ਇਹਦੇ 'ਚ ਢਿੱਲ ਰੱਖੀ ਤੇ ਫਿਰ ਬੜਾ ਕਲੀਅਰ ਹੈ ਮਸਲਾ। ਜਿਹੜੀ ਗੱਲਾਂ ਪਹਿਲਾਂ ਰੌਲਾ ਪੈਂਦੀਆਂ ਨੇ ਉਹ ਗੱਲਾਂ ਸਾਹਮਣੇ ਆ ਜਾਣੀਆਂ। ਸਾਰਿਆਂ ਦਾ ਧੰਨਵਾਦ ਜੀ। ਅੱਜ ਇੱਕ ਬਹੁਤ ਹੀ ਇੰਪੋਰਟੈਂਟ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਇੱਥੇ ਤੁਹਾਨੂੰ ਸਾਰਿਆਂ ਨੂੰ ਯਾਦ ਕੀਤਾ। ਪਿਛਲੇ 60 ਦਿਨਾਂ ਤੋਂ ਵੱਧ ਆਪਣੇ ਸੰਵਿਧਾਨਿਕ ਹੱਕਾਂ ਨੂੰ ਦੇ ਅੰਦਰ ਰਹਿੰਦਿਆਂ, ਡੈਮੋਕ੍ਰੇਸੀ ਦੇ ਦਾਇਰੇ ਦੇ ਵਿੱਚ ਰਹਿੰਦਿਆਂ, ਜੋ ਇੱਕ ਕਨਸਟੀਟਿਊਸ਼ਨਲ ਹੱਕ ਹੈ ਕਿਸੇ ਦਾ ਵੀ, ਪੀਸਫੁਲ ਅੰਦੋਲਨ ਦਿੱਲੀ ਦੇ ਬਾਰਡਰਾਂ ਤੇ ਕੇਂਦਰ ਦੀ ਸਰਕਾਰ ਦੇ ਖਿਲਾਫ, ਉਹਨਾਂ ਦੇ 3 ਕਾਲੇ ਕਾਨੂੰਨਾਂ ਦੇ ਖਿਲਾਫ ਬੜਾ ਪੀਸਫੁਲੀ, ਕੋਈ 67 ਦਿਨ ਪੂਰੇ ਹੋ ਗਏ ਆ, ਇਹ ਅੰਦੋਲਨ ਪੀਸਫੁਲੀ ਚੱਲ ਰਿਹਾ ਸੀ, ਚੱਲ ਰਿਹਾ ਹੈ ਤੇ ਗਾਂ ਵੀ ਚੱਲੂਗਾ। ਅਫਸੋਸ ਦੀ ਗੱਲ ਇਹ ਹੈ ਕਿ ਸਰਕਾਰ ਨੂੰ ਇਹ ਗੱਲ ਕਿਤੇ ਨਾ ਕਿਤੇ ਨਹੀਂ ਪਸੰਦ ਆਈ ਹੈ। ਇਹ ਤਾਂ ਵਜ਼ੀਰਾਂ ਦੀ ਬੋਲਬਾਨੀ ਤੋਂ ਸਪਸ਼ਟ ਹੈ। ਪਹਿਲਾਂ ਇਹਨਾਂ ਪੀਸਫੁਲ ਪ੍ਰੋਟੈਸਟਰਸ ਨੂੰ ਦੇਖੋ, ਪ੍ਰੋਟੈਸਟ ਕਰ ਕੌਣ ਰਿਹਾ? ਤੁਸੀਂ ਵੇਖੇ ਹੋਣੇ ਕਿ ਕੋਈ 80 ਸਾਲਾ ਸਾਡੀ ਮਾਤਾ, 90 ਸਾਲੇ ਬਜ਼ੁਰਗ, ਛੋਟੇ ਛੋਟੇ ਬੱਚਿਆਂ ਚੋਂ ਧੀਆਂ ਭੈਣਾਂ ਤੋਂ ਲੈ ਕੇ ਜੇ ਹਰ ਨੇ ਇਸ ਪੀਸਫੁਲ ਪ੍ਰੋਟੈਸਟ 'ਚ ਆਪ ਦਾ ਵੱਡਮੁੱਲਾ ਯੋਗਦਾਨ ਪਾਇਆ। ਔਰ ਇਸ ਕੜਕਦੀ ਠੰਡ 'ਚ ਉਹਨਾਂ ਨੇ ਬੜੀ ਹਿੰਮਤ ਨਾਲ, ਜਜ਼ਬੇ ਨਾਲ, ਕਾਨੂੰਨ ਦੇ ਦਾਇਰਿਆਂ ਦੇ ਅੰਦਰ ਰਹਿੰਦੇ ਹੋਏ ਆਪਦੀ ਜ਼ਿੰਮੇਵਾਰੀ ਨਿਭਾਈ। ਔਰ ਇਸ ਗੱਲ ਦੀ ਰੈਕਗਨੀਸ਼ਨ ਬਾਹਰਲੇ ਕਈ ਵੱਖ-ਵੱਖ ਦੇਸ਼ਾਂ ਦੇ ਪ੍ਰਾਈਮ ਮਿਨਿਸਟਰ, ਰਾਸ਼ਟਰਪਤੀ ਨੇ ਵੀ ਕੀਤੀ ਹੈ, ਮੈਂਬਰ ਪਾਰਲੀਮੈਂਟਾਂ ਨੇ ਵੀ ਕੀਤੀ ਹੈ। ਮਗਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਹੜੀ ਆਪਣੀ ਦੇਸ਼ ਦੀ ਸਰਕਾਰ ਹੈ, ਉਹਨਾਂ ਨੂੰ ਇਹ ਗੱਲਾਂ ਕਿੱਥੇ ਚੰਗੀਆਂ ਨਹੀਂ ਲੱਗੀਆਂ ਨੇ। ਇੱਕ ਤਾਂ ਕੀ ਉਹਨਾਂ ਦੇ ਕਾਲੇ ਕਾਨੂੰਨਾਂ ਬਾਰੇ ਕਿਉਂ ਚਰਚਾ ਹੋ ਰਹੀ ਹੈ? ਉਹਨਾਂ ਨੇ ਹਰ ਤਰੀਕੇ ਦੀ ਕੋਸ਼ਿਸ਼ ਕੀਤੀ ਇਸ ਪ੍ਰੋਟੈਸਟ ਨੂੰ ਡੀਰੇਲ ਕਰਨ ਦੀ। ਪਹਿਲਾਂ
ਇਹ कहता जी ये तो ਵਿਚੋਲੀਆਂ ਦਾ ਪ੍ਰੋਟੈਸਟ है, जब वो गल नहीं चली तो फिर कहता है तो नक्सलियां दा, जब वो गल नहीं चली तो कहता तो खालिस्तानियां दा, फिर कहता नहीं जी ये तो चाइना ते पाकिस्तान स्पॉन्सर्ड है। जब सारिया गल्लां 65-67 दिनां च फेल हो गईयां, उस तो बाद ਇਹਦੇ ਚ एक नवा मोड़ आउंदा। देखो 26 तरीक ਨੂੰ जो कुछ होया, असीं पहलां भी कहा कि पीसफुल प्रोटेस्ट दे श्रोमणी अकाली दल हक च है। वायलेंस इन एनी फॉर्म ਉਹਨੂੰ ਅਸੀਂ ਕੰਡੈਮ ਕਰਦੇ ਹਾਂ, ਔਰ ਵਾਇਲੈਂਸ ਜਾਂ ਪ੍ਰੋਪਰਟੀ ਨੂੰ ਡੈਮੇਜ ਕਰਨਾ, ਮੈਂ ਸਮਝਦਾ ਕੋਈ ਵੀ ਜਿਹੜਾ ਸੱਚਾ ਕਿਸਾਨ ਹੈ ਉਹ ਇਹ ਕੰਮ ਕਰ ਹੀ ਨਹੀਂ ਸਕਦਾ। ਦੇਖੋ ਅੱਜ ਉਹਨਾਂ ਕਿਸਾਨਾਂ ਦੇ ਜਿਹੜੇ ਉੱਥੇ ਬਾਰਡਰ ਤੇ ਬੈਠੇ ਆ ਦਿੱਲੀ ਦੇ, ਉਹਨਾਂ ਚੋਂ ਕਈ ਤਾਂ ਆਪ ਐਕਸ ਸਰਵਿਸਮੈਨ ਹੈ, ਔਰ ਵੱਡੀ ਗਿਣਤੀ 'ਚ ਉਹਨਾਂ ਦੇ ਬੱਚੇ ਕਿਸੇ ਨਾ ਕਿਸੇ ਬਾਰਡਰ ਤੇ ਦੇਸ਼ ਦੀ ਹਿਫਾਜ਼ਤ ਲਈ ਤੈਨਾਤ ਨੇ। ਕਹਿਣ ਦਾ ਭਾਵ ਕਿ ਉਹ ਇਹ ਦੇਸ਼ ਨਾਲ, ਇਸ ਧਰਤੀ ਨੂੰ ਪਿਆਰ ਵੀ ਕਰਦੇ ਆ, ਸਤਿਕਾਰ ਕਰਦੇ ਆ, ਨੈਸ਼ਨਲਿਸਟ ਨੇ, ਪੈਟਰੀਓਟਿਕ ਲੋਕ ਨੇ, ਇਸ ਦੇਸ਼ ਦੇ ਲਈ ਮਰ ਮਿਟਣ ਲਈ ਤਿਆਰ ਨੇ ਔਰ ਮਰ ਮਿਟੇ ਵੀ ਨੇ। ਉਹਨਾਂ ਨੂੰ ਕਿਸ ਤਰੀਕੇ ਨਾਲ ਬਦਨਾਮ ਕੀਤਾ ਗਿਆ ਕਿ ਭਾਜਪਾ ਨੇ ਆਪਣੇ ਕੁਝ ਬੰਦੇ, ਹੁਣ ਇੱਕ ਫੋਟੋ ਕਿ ਮੈਂ ਤੁਹਾਨੂੰ ਫੋਟੋਆਂ ਦੇ ਚੱਕਰ 'ਚ ਪਾਵਾਂ, ਮਗਰ ਚਲੋ ਉਹ ਵੀ ਤਸੱਲੀ ਮੈਂ ਅਖੀਰ 'ਚ ਕਰਾ ਦੂੰਗਾ। ਇੱਕ ਬੰਦਾ, ਉਹਦਾ ਤਾਂ ਨਾਂ ਲੈਣਾ ਮੈਂ ਸਮਝਦਾ ਕਲੰਕ ਵਾਲੀ ਗੱਲ ਹੈ, ਜੋ ਉਹਨੇ ਐਡਾ ਵੱਡੀ ਗੱਦਾਰੀ 3 ਬੰਦਿਆਂ ਨੇ ਉੱਥੇ ਜੋ ਪ੍ਰੋਟੈਸਟ 'ਚ ਕੀਤੀ ਹੈ, ਔਰ ਉਹਦੇ ਕਰਕੇ ਜੋ ਉਹਨਾਂ ਨੇ ਸਾਰੀ ਕਾਰਵਾਈ ਕੀਤੀ, ਉਹਨਾਂ ਕਰਕੇ ਸਾਰਾ ਨੈਰੇਟਿਵ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੁਕਮਰਾਨ ਵੱਲੋਂ। ਮਗਰ ਹੈਰਾਨੀ ਦੀ ਗੱਲ ਇਹ ਹੈ, ਹੁਣ ਲਾਲ ਕਿਲਾ ਕੋਈ ਮੈਕਡੋਨਲਡ ਤੇ ਪੀਜ਼ਾ ਹਟ ਤਾਂ ਹੈ ਨਹੀਂ ਕਿ ਜਿਹੜਾ ਮਰਜ਼ੀ ਅੰਦਰ ਵੜ ਜੇ। ਉਹ ਕਿੱਥੋਂ ਵੜ ਗਏ ਉੱਥੇ? ਔਰ ਉਹਨਾਂ ਨੂੰ ਉੱਥੇ ਵੜ ਕੇ ਜੋ ਉਹਨਾਂ ਨੇ ਹੁੱਲੜਬਾਜ਼ੀ ਕੀਤੀ, ਜੋ ਉਹਨਾਂ ਨੇ ਕੰਮ ਕੀਤਾ, ਉਸ ਨੂੰ ਬਾਰ-ਬਾਰ 3-4 ਘੰਟੇ 7 ਘੰਟੇ ਅੱਛੀ ਤਰ੍ਹਾਂ ਉਹਨਾਂ ਨੂੰ ਜੋ ਕਰਨਾ ਸੀ ਕਰਨ ਦਿੱਤਾ। ਮੀਡੀਆ 'ਚ ਉਜਾਗਰ ਹੋਇਆ, ਐਡਾ ਸਪਸ਼ਟ ਲੱਗਦਾ ਸੀ ਫਿਕਸਡ ਮੈਚ। ਜਿਹੜੇ ਆ ਦੀਪ ਸਿੱਧੂ, ਆ ਲੱਖੇ ਵਰਗੇ ਜਾਂ ਹੋਰ ਜਿਹੜਾ ਕੋਈ ਕਿਸਾਨ ਜਥੇਬੰਦੀ ਦੇ ਲੀਡਰ ਹੈ, ਉਹਨਾਂ ਬਾਰੇ ਜੋ ਆਮ ਚਰਚਾ ਅੱਜ ਚੱਲ ਰਹੀ ਹੈ, ਔਰ ਇਹ ਅਸਲੀਅਤ ਦੀ ਗੱਲ ਹੈ ਕਿ ਜਿਹੜਾ ਬੰਦਾ ਪ੍ਰਾਈਮ ਮਿਨਿਸਟਰ ਆਫਿਸ ਤੱਕ ਪਹੁੰਚ ਸਕਦਾ ਹੈ, ਇਹਨੇ ਚੰਗੇ ਮਾਹੌਲ 'ਚ ਫੋਟੋ ਲਵਾ ਸਕਦਾ, ਉਹ ਕੁਝ ਵੀ ਕਰ ਸਕਦਾ। ਜਦ ਸਾਰੇ ਸਰਕਾਰ ਦੇ ਹੱਥਕੰਡੇ ਫੇਲ ਹੋ ਗਏ ਤੇ ਇਹ ਤਾਂ ਬੜਾ ਸੌਖਾ ਕੰਮ ਸੀ। ਅੱਜ ਤੱਕ ਉਸ ਬੰਦੇ ਦੇ ਖਿਲਾਫ ਕਾਰਵਾਈ ਕਿਉਂ ਨਹੀਂ? ਔਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਹ ਸਾਰਾ ਕੁਝ ਕਰਕੇ ਬੜੀ ਕੋਸ਼ਿਸ਼ ਕੀਤੀ ਗਈ ਕਿ ਇਹਨੂੰ ਡੀਰੇਲ ਕਰ ਦਿਓ, ਔਰ ਸ਼ਾਂਤਮਈ ਕਿਸਾਨ ਭਰਾਵਾਂ ਭੈਣਾਂ ਮਾਵਾਂ ਉੱਤੇ ਅੱਜ UAPA ਲੱਗ ਗਈ ਹੈ। ਹੁਣ UAPA ਤਾਂ ਲਾਤੀ, ਔਰ ਲਾਈ ਕਿਹਨਾਂ ਤੇ? ਉਹਨਾਂ ਪਰਿਵਾਰਾਂ ਤੇ ਜਿਹੜੇ ਜਿਨ੍ਹਾਂ ਦੇ ਬੱਚੇ ਬਾਰਡਰਾਂ ਤੇ ਤੈਨਾਤ ਨੇ, ਦੇਸ਼ ਦੇ ਲਈ ਲੜ ਰਹੇ ਹੈ ਜਾਂ ਦੇਸ਼ ਲਈ ਕੁਰਬਾਨੀ ਦੇ ਗਏ। ਗਲਵਾਨ ਘਾਟੀ ਦੀ ਲੇਟੈਸਟ ਇੰਸੀਡੈਂਟ ਮੈਂ ਗੱਲ ਕਰਦਿਆਂ ਤੇ ਵੱਡੀ ਗਿਣਤੀ 'ਚ ਹਮੇਸ਼ਾ ਨੇ ਪੰਜਾਬੀਆਂ ਨੇ ਦੇਸ਼ ਲਈ ਵੱਡੀ ਕੁਰਬਾਨੀ ਦਿੱਤੀ ਹੈ। ਔਰ ਅੱਜ ਵੇਖੋ ਕੱਲ ਕੀ ਹੋਇਆ ਹੈ। ਵੇਖੋ ਇਹ ਬਾਰ-ਬਾਰ ਗੱਲ ਚੱਲ ਰਹੀ ਸੀ। ਇੱਕ ਸਭ ਤੋਂ ਪਹਿਲਾਂ ਤਾਂ ਮੈਂ ਵੀਡੀਓ ਵਿਖਾਉਣਾ ਚਾਹੁੰਦਾ ਕਿ ਚਲੋ ਤੁਸੀਂ UAPA ਲਾਤੀ, ਜਿਨ੍ਹਾਂ ਨੇ ਗਲਤ ਕੰਮ ਕੀਤਾ ਉਹਨਾਂ ਖਿਲਾਫ ਜੋ ਬਣਦੀ ਹੈ ਕਾਰਵਾਈ ਕਰੋ, ਮਗਰ ਕਿਸਾਨ ਨੂੰ, ਦੇਸ਼ ਦੇ ਅੰਨਦਾਤਾ ਨੂੰ, ਜੈ ਜਵਾਨ ਜੈ ਕਿਸਾਨ ਦੇ ਨਾਰੇ ਤੇ ਜੇ ਭਾਜਪਾ ਦੀ ਸਰਕਾਰ ਵਿਸ਼ਵਾਸ ਰੱਖਦੀ ਹੈ ਤੇ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੇ ਇਸ ਕੜਕ ਦੀ ਠੰਡ 'ਚ ਬੜੇ ਆਪ ਦੇ ਡਿਸਪਲਿਨ 'ਚ ਰਹਿੰਦਿਆਂ ਹੋਇਆਂ ਇਸ ਕਿਸਾਨ ਅੰਦੋਲਨ ਦੇ ਲਈ ਆਪ ਦਾ ਯੋਗਦਾਨ ਪਾਇਆ, ਉਹਨਾਂ ਨੂੰ ਬਦਨਾਮ ਨਾ ਕਰੋ। ਅੱਜ 80 ਤੋਂ ਵੱਧ ਆਪ ਦੀਆਂ ਵੱਡਮੁੱਲੀਆਂ ਕੁਰਬਾਨੀਆਂ ਦੇ ਗਈਆਂ ਇਸ ਅੰਦੋਲਨ ਵਾਸਤੇ, ਛੋਟੀ ਛੋਟੀ ਉਮਰ ਤੋਂ ਵੱਡੇ ਵੱਡੇ ਬਜ਼ੁਰਗ ਤੱਕ, ਮਗਰ ਹਲੇ ਤੱਕ ਕੇਂਦਰ ਦੀ ਸਰਕਾਰ ਨੇ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨਾ ਵੀ ਨਹੀਂ ਠੀਕ ਸਮਝਿਆ। ਠੀਕ ਹੈ ਕਿ ਇੰਡੋਨੇਸ਼ੀਆ 'ਚ ਜਹਾਜ਼ ਡਿੱਗਦਾ, ਤੁਸੀਂ ਉਹ ਕੀਤਾ, ਕਰਨਾ ਵੀ ਚਾਹੀਦਾ, ਤੇ ਫਿਰ ਆਪਣਿਆਂ ਨਾਲ ਕਿਉਂ ਨਹੀਂ ਤੁਹਾਡਾ ਦੁੱਖ ਸਾਂਝਾ ਹੁੰਦਾ? ਤੁਸੀਂ ਜੇ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਆ ਕੇ ਗੁਰੂ ਸਾਹਿਬ ਦੀ ਫਿਲਾਸਫੀ ਬਾਰੇ ਗੱਲ ਕਰ ਸਕਦੇ ਹੋ, ਤੇ ਫਿਰ ਗੁਰੂ ਸਾਹਿਬ ਦੀ ਫਿਲਾਸਫੀ ਤੇ ਫਿਰ ਚੱਲਣ ਦਾ ਕੰਮ ਵੀ ਕੀਤਾ ਜਾਣਾ ਚਾਹੀਦਾ, ਕਿਉਂਕਿ ਇਹ ਉਹ ਕੌਮ ਹੈ ਜਿਹਨੇ ਸਰਬੱਤ ਦੇ ਭਲੇ ਵਾਸਤੇ ਹਮੇਸ਼ਾ ਯੋਗਦਾਨ ਪਾਇਆ। ਹੁਣ ਮੈਂ ਜਿਹੜੀ ਵੀਡੀਓ ਤੁਹਾਨੂੰ ਵਿਖਾਉਣ ਲੱਗਿਆ,
ਔਰ ਮੈਂ ਅੱਜ ਮੇਰੀ ਸਪੈਸੀਫਿਕ ਡਿਮਾਂਡ ਹੈ ਕਿ ਜੇ ਯੂਏਪੀਏ ਉਹਨਾਂ ਕਿਸਾਨਾਂ ਤੇ ਲੱਗ ਗਈ ਹੈ, ਫਿਰ ਯੂਏਪੀਏ ਆ ਪੁਲਿਸ ਵਾਲੇ ਮੁਲਾਜ਼ਮਾਂ ਤੇ ਵੀ ਲੱਗ ਜੇ। ਫਿਰ ਇਹਨਾਂ ਨੂੰ ਕਿਹੜੀ ਗੱਲੋਂ ਆ ਪਹਿਲੀ ਵੀਡੀਓ ਵਿਖਾ, ਪਹਿਲਾਂ ਚਲੇ ਜਾ, ਪੁੱਟ ਦੀ ਅਦਰ ਵੀਡੀਓ, ਪਹਿਲਾਂ ਦੂਜੀ ਵਿਖਾ। ਦੇਖੋ, ਇੱਕ ਗੁਰਸਿੱਖ ਨੂੰ, ਗੁਰੂ ਦੇ ਸਿੱਖ ਨੂੰ, ਇਹਦੇ 'ਚ ਮੈਂ ਤੁਹਾਨੂੰ ਸਭ ਨੂੰ ਚਾਹੂੰਗਾ 2 ਮਿੰਟ ਧਿਆਨ ਨਾਲ, ਜਿਹੜੀਆਂ ਗਾਲਾਂ ਕੱਢੀਆਂ ਜਾ ਰਹੀਆਂ, ਪਹਿਲਾਂ ਤਾਂ ਗਾਲਾਂ ਬੜੇ ਧਿਆਨ ਨਾਲ ਸੁਣ ਲਿਓ। ਬੀਜੇਪੀ ਦੇ ਕਾਰਕੁਨ ਪੁਲਿਸ ਵਰਦੀ 'ਚ, ਪ੍ਰਾਈਵੇਟ ਡਰੈਸਾਂ 'ਚ, ਉੱਥੇ ਜਾ ਕੇ ਕਿੱਥੇ, ਜਿੱਥੇ ਲੰਗਰ ਵਰਤ ਰਿਹਾ, ਲੰਗਰ ਕਿਹਦੇ ਲਈ, ਲੋੜਵੰਦਾਂ ਲਈ ਲੰਗਰ ਵਰਤ ਰਿਹਾ, ਉੱਥੇ ਜਾ ਕੇ ਗਾਲਾਂ ਕੱਢਣ ਦਾ ਮਤਲਬ ਕੀ ਆ? ਫਿਰ ਗਾਲਾਂ ਕੱਢੀਆਂ, ਉਹ ਮੁੰਡਾ ਮੁੜ ਗਿਆ ਵਾਪਸ, ਉੱਤੇ ਅੱਜ ਇਲਜ਼ਾਮ ਲਾਤਾ ਇਹਨੇ ਐਸਐਚਓ ਵੱਡਿਆ। ਤੁਸੀਂ ਦੱਸ ਦਿਓ ਇਹ ਵੀਡੀਓ 'ਚ ਕਿੱਥੇ ਸਪਸ਼ਟ ਹੋ ਰਿਹਾ ਨੇ ਕਿਸੇ ਨੂੰ ਵੱਡਿਆ? ਉਹਨੂੰ ਤਾਂ ਆਪ ਵੜਤਾ ਸਵਾਰ ਕੇ। ਆਪ ਕਾਈਂਡਲੀ ਇਹਨੂੰ ਧਿਆਨ ਨਾਲ 2 ਵੀਡੀਓ ਵੇਖ ਲਿਓ, ਫਿਰ ਮੈਂ ਗਾਲਾਂ ਵੀ ਸੁਣ ਲਿਓ ਨਾਲ। ਆ ਗਾਲ, ਆ ਪੁਲਿਸ ਇਹ ਵਾਪਸ ਚਲੇ ਗਏ ਨੇ, ਕਿਸੇ ਨੂੰ ਨਹੀਂ ਮਾਰਿਆ। ਇੱਕ ਮਿੰਟ ਰੋਕ ਲਿਓ ਜੀ, 1 ਮਿੰਟ ਇੱਥੇ ਰੋਕ ਲਿਓ। ਇਹ ਮੁੰਡਾ ਬਾਹਰ ਆਇਆ ਔਰ ਅੰਦਰ ਵਾਪਸ ਚਲੇ ਗਿਆ। ਇਹਦਾ ਮੈਨੂੰ ਜੋ ਸਮਝ ਆਇਆ, ਇਹਦਾ ਨਾਮ ਰਣਜੀਤ ਸਿੰਘ ਹੈ। 2 ਮੁੰਡੇ ਆ, ਰਣਜੀਤ ਸਿੰਘ। ਇਹਦਾ ਦੱਸ ਦਿਓ ਕਿ ਇਹਦਾ ਕੀ ਨੁਕਸ ਗਲਤੀ ਸੀ? ਜੇ ਕੋਈ ਬਾਹਰੋਂ ਉੱਠ ਕੇ ਮਾਂ ਭੈਣ ਦੀਆਂ ਗਾਲਾਂ ਪੁਲਿਸ ਵਾਲਿਆਂ ਦੇ ਨਾਲ ਖੜ ਕੇ ਭਾਜਪਾ ਦੇ ਕਾਰਕੁਨ ਮਾਰਨ ਤੇ ਵਿਚਾਰਾ ਕੀ ਕਰੇ? ਫਿਰ ਬਾਹਰ ਆ ਕੇ ਕਹੂਗਾ ਨਹੀਂ ਕਿ ਰੁਕ ਜਾਓ, ਕੌਣ ਗਾਲਾਂ ਸੁਣਨ ਲਈ ਗਿਆ ਜੀ ਉੱਥੇ? ਔਰ ਫਿਰ ਵੇਖੋ ਅੰਦਰ ਜਾ ਰਿਹਾ ਪੀਸਫੁਲੀ, ਔਰ ਉਹਨੂੰ ਮੁੜ ਕੇ ਜੋ ਤਸ਼ੱਦਦ ਹੁੰਦਾ ਤੁਸੀਂ ਸਾਰਾ ਵੇਖਿਆ। ਮਗਰ ਇੱਕ ਵਾਰੀ ਤਸੱਲੀ ਨਾਲ ਵੇਖ ਲਿਓ, ਕਿਉਂਕਿ 2-3 ਉਹਦੇ 'ਚ ਪੁਆਇੰਟ ਮੈਂ ਅੱਜ ਸਟ੍ਰੈਸ ਕਰਨਾ ਚਾਹੁੰਦਾ। ਆ ਪ੍ਰਾਈਵੇਟ ਬੰਦਾ, ਫੇਰ ਇੱਥੇ ਆ ਪੀਲੀ ਕਮੀਜ਼ ਵਾਲਾ, ਨਹੀਂ ਚੱਲਿਆ ਆ ਪੀਲੀ ਕਮੀਜ਼ ਵਾਲਾ ਇੱਥੇ ਕੀ ਕਰ ਰਿਹਾ? ਚਲੋ ਅੱਗੇ ਚੱਲੋ ਜੀ, 1 ਮਿੰਟ ਰੋਕਿਓ ਜੀ। ਆ ਕਿੰਨੇ ਪੁਲਿਸ ਵਾਲਿਆਂ ਦਾ ਕੰਮ ਹੈ ਕਾਨੂੰਨ ਲਾਗੂ ਕਰਾਉਣਾ। ਇਹ ਕਿਹੜੀ ਬਦਮਾਸ਼ੀ ਹੋਈ ਜੀ? ਮਤਲਬ ਉਹ ਕੀ ਕਰ ਰਿਹਾ ਸੀ, ਕਿਸੇ ਨੂੰ ਕੀ ਕਹਿ ਰਿਹਾ ਸੀ? ਉਹਨੂੰ ਇਸ ਬੇਰਹਿਮੀ ਨਾਲ ਕੁੱਟਣਾ ਕਿ ਇਹਨਾਂ ਤੇ ਯੂਏਪੀਏ ਲੱਗੂ ਸਾਰਿਆਂ ਤੇ, ਕਿ ਇਹਨਾਂ ਲਈ ਕਾਨੂੰਨ ਵੱਖਰਾ ਹੋ ਗਿਆ ਹੁਣ। ਆ ਜਰਾ ਦੇਖਿਓ ਜੀ, ਇਹ ਪਾਣੀ ਮੰਗ ਰਿਹਾ ਜੀ। ਹੁਣ ਪਾਣੀ ਹਲੇ ਵੀ ਨਹੀਂ ਮਿਲਦਾ ਇਹਨੂੰ। ਆ ਕੇਸਾਂ ਦਾ ਇਹਦਾ ਹਾਲ ਦੇਖੋ ਕੀ ਕੀਤਾ ਜਾ ਰਿਹਾ। ਆ ਵੇਖੋ ਪ੍ਰਾਈਵੇਟ ਬੰਦਾ, ਆ ਪ੍ਰਾਈਵੇਟ, ਆ ਦੂਜੇ ਨੇ ਲੱਠ ਮਾਰੀ, ਆ ਤੀਜਾ, ਆ ਚੌਥਾ। ਆ ਦੇਖੋ, ਮੈਨੂੰ ਦਿੱਲੀ ਪੁਲਿਸ ਜਾਂ ਦਿੱਲੀ ਪੁਲਿਸ ਦੇ ਹੁਕਮਰਾਨ ਨੇ ਦੱਸ ਦੇਣ, ਕਿਸੇ ਨੂੰ ਪਹਿਲਾਂ ਗਾਲ ਕੱਢਣੀ, ਫਿਰ ਉਹ ਵਾਪਸ ਸ਼ਾਂਤਮਈ ਢੰਗ ਨਾਲ ਅੰਦਰ ਜਾ ਰਿਹਾ, ਉਹਨੂੰ ਘਸੀਟ ਕੇ ਲਿਆਉਣਾ, ਉਹਦੀ ਸਿਰ ਚੋਂ ਉਹਦੀ ਦਸਤਾਰ ਲਾਉਣੀ, ਉਹਦੀ ਪੱਗ ਲਾਉਣੀ, ਫਿਰ ਉਹਦੇ ਕੇਸਾਂ ਦੀ ਬੇਅਦਬੀ ਕਰਨੀ, ਫਿਰ ਉਹਦੀ ਕਕਾਰਾਂ ਦੀ ਬੇਅਦਬੀ ਕਰਨੀ। ਕੋਈ ਗੁਰੂ ਦਾ ਸਿੱਖ, ਕੋਈ ਇਨਸਾਫ ਪਸੰਦ ਆਦਮੀ ਜਾਂ ਭੈਣ ਇਸ ਗੱਲ ਨੂੰ ਕਦੇ ਬਰਦਾਸ਼ਤ ਨਹੀਂ ਕਰ ਸਕਦੀ। ਕੀ ਇਹ ਸਟੇਟ ਸਪਾਂਸਰਡ ਟੈਰਰਿਜ਼ਮ ਨਹੀਂ ਫਿਰ? ਔਰ ਉਸ ਵਿਚਾਰੇ ਦੇ ਨਾਲ ਇਨਸਾਫ ਕਰਨ ਦੀ ਜਗ੍ਹਾ ਅੱਜ ਉਹਦੇ ਤੇ ਕਾਰਵਾਈ ਹੈ। ਕਹਿੰਦੇ ਉਹਨੇ ਇਹ ਵੀ ਲੱਗਦਾ ਬਲੇਮ ਉਹਨੇ ਐਸਐਚਓ ਨੂੰ ਮਾਰਨ ਜੋਗਾ ਸੀ। ਤੁਹਾਨੂੰ ਲੱਗਦਾ ਕਿਸੇ ਫੋਟੋ 'ਚ ਲਿਆਓ ਪ੍ਰੂਫ? ਔਰ ਉਹਨਾਂ ਨੂੰ ਗਿਆ ਕੌਣ ਉਹਨਾਂ ਨੂੰ ਗਾਲਾਂ ਕੱਢਣ ਨੂੰ? ਫਿਰ ਇਹ ਪ੍ਰਾਈਵੇਟ ਬੰਦੇ ਕੀ ਕਰ ਰਹੇ ਸੀ? ਹਰ ਤਰੀਕੇ ਦੀਆਂ ਗਾਲਾਂ ਜਿਹੜੀਆਂ ਮਤਲਬ ਕਿ ਸੁਣਨ ਵਾਲਾ ਹੀ ਵੀ ਹੈਰਾਨ ਹੋ ਜਾਂਦਾ। ਔਰ ਮੈਨੂੰ ਜੋ ਅੱਜ ਉੱਥੋਂ ਪ੍ਰੈਸ ਵਾਲੇ ਸੱਜਣਾ ਨੇ ਗੱਲ ਕੀਤੀ,
ਕਹਿੰਦੇ ਵੇਖੋ ਜਦ ਸਵੇਰੇ ਪੁਲਿਸ ਜਾਂਦੀ ਹੈ ਜਰਨਲੀ ਮੀਡੀਆ ਕੁਝ ਬਾਅਦ 'ਚ ਆਇਆ, ਕਹਿੰਦੇ ਮੀਡੀਆ ਨੂੰ ਪਹਿਲਾਂ 2 ਕਿਲੋਮੀਟਰ ਪਿੱਛੇ ਰੋਕਤਾ ਔਰ ਫਿਰ ਜਾ ਕੇ ਇਹ ਕੁਝ ਉੱਥੇ ਖੜੇ ਸੀਗੇ, ਸੁਭਾਵਿਕ ਹੈ ਹੁਕਮਰਾਨ ਦੀ ਹੁਣੇ ਰੂਲਿੰਗ ਪਾਰਟੀ ਦੇ, ਹੋਰ ਤਾਂ ਕੋਈ ਜਾ ਨਹੀਂ ਸਕਦਾ, ਉਹਨਾਂ ਨਾਲ ਬੀਜੇਪੀ ਵਾਲਿਆਂ ਨਾਲ ਇਹਨਾਂ ਦੇ ਪੁਲਿਸ ਵਾਲਿਆਂ ਨਾਲ ਵਿਚਾਰਾਂ ਹੋਈਆਂ, ਆਪਸ 'ਚ ਗੱਲਾਂ ਕੀਤੀਆਂ, ਗੱਲਾਂ ਕਰਨ ਤੋਂ ਬਾਅਦ ਇਹ ਜਾ ਕੇ ਧਾਵਾ ਬੋਲਿਆ ਗਿਆ। ਤੇ ਮੇਰੇ ਵੀਰੋ ਜਦ ਇਸ ਤਰੀਕੇ ਦਾ ਪਹਿਲਾਂ ਇਹਦੇ 'ਚ ਪਹਿਲਾਂ ਇੱਕ ਵੀਡੀਓ 'ਚ ਪੁਆਇੰਟ ਮਿਸ ਹੋਇਆ, ਇੱਕ ਪੱਥਰ ਵੀ ਮਾਰਿਆ ਗਿਆ ਬਾਏ ਅੰਦਰ, ਉਹ ਪੱਥਰ ਮਾਰਿਆ ਜਿੱਥੇ ਲੰਗਰ ਵਰਤ ਰਿਹਾ। ਇਹ ਕੰਮ ਕਦੋਂ ਤਾਂ ਹੋ ਗਿਆ ਪੁਲਿਸ ਦਾ? ਇਹ ਤਾਂ ਮੈਨੂੰ ਉਹੀ ਸੀਨ ਯਾਦ ਕਰਾਉਂਦਾ, ਉਦੋਂ ਕਾਂਗਰਸ ਨੇ ਕੀਤਾ ਤੇ ਅੱਜ ਆਹ ਕੰਮ ਬੀਜੇਪੀ ਨੇ ਕਰਨਾ ਸ਼ੁਰੂ ਕਰਤਾ। ਕਾਂਗਰਸ ਦੀਆਂ ਸੀ 1984 ਦੀਆਂ ਤਸਵੀਰਾਂ, ਪੁਲਿਸ ਖੜੀ ਹੈ ਤੇ ਗੁਰੂ ਦੇ ਸਿੱਖਾਂ ਦੇ ਨਾਲ ਉਹਨਾਂ ਦੀ ਕੇਸਾਂ ਦੀ, ਉਹਨਾਂ ਦੇ ਦਸਤਾਰਾਂ ਦੀ, ਉਹਨਾਂ ਦੀ ਕਕਾਰਾਂ ਦੀ, ਜਿਨ੍ਹਾਂ ਨੇ ਉਹਨਾਂ ਨੂੰ ਪ੍ਰੋਟੈਕਟ ਕਰਨਾ ਸੀ, ਉਦੋਂ ਕਾਂਗਰਸ ਦੇ ਕਾਰਕੁਨਾਂ ਨੂੰ ਨਾਲ ਲਿਆ ਕੇ ਉਹਨਾਂ ਤੇ ਤਸ਼ੱਦਦ ਕੀਤਾ ਜਾ ਰਿਹਾ। ਉਹ 1984 ਸੀ ਤੇ ਅੱਜ ਫੋਟੋ ਇਹ ਤਾਜ਼ੀ ਹੈ। ਅੱਜ 2021 ਚ ਫਰਕ ਇੰਨਾ ਹੈ ਕਿ ਪੁਲਿਸ ਉਹੀ ਆ ਦਿੱਲੀ ਦੀ, ਮਗਰ ਅੱਜ ਦਿੱਲੀ ਦੀ ਪੁਲਿਸ ਦੀ ਥਾਂ, ਦਿੱਲੀ ਦੀ ਪੁਲਿਸ ਦੇ ਨਾਲ ਕਾਂਗਰਸ ਨਹੀਂ, ਅੱਜ ਭਾਜਪਾ ਹੈ। ਔਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਜਿਨ੍ਹਾਂ ਨੇ ਲਾਈਫ, ਲਿਬਰਟੀ ਔਰ ਪ੍ਰੋਟੈਕਸ਼ਨ ਦੇਣੀ ਸੀ, ਅੱਜ ਉਹੀ ਪਰਪੇਟੇਟਰਸ ਬਣੇ ਪਏ ਆ, ਉਹੀ ਕਾਰਵਾਈ ਕਰ ਰਹੇ ਆ। ਔਰ ਨਾਲ ਜਦੋਂ ਇਹ ਜੇ ਕੰਮ ਹੋ ਰਿਹਾ, ਦੂਜੀ ਫੋਟੋ ਇਹ ਤੁਹਾਨੂੰ ਇੱਕ ਮੈਂ ਕੰਪੈਰੀਜ਼ਨ ਲਈ ਦੱਸ ਰਿਹਾ ਕੱਲਾ ਕਿ ਉਦੋਂ ਹਾਲ ਕੀ ਸੀ, ਉਹੀ ਹਾਲ ਅੱਜ ਹੋ ਰਿਹਾ। ਕੀ ਜਿਵੇਂ ਉਦੋਂ ਦਾ 84 ਦਾ ਅੱਜ 37 ਸਾਲ 34 ਸਾਲ ਕਿੰਨੇ ਹੋ ਗਏ, ਅੱਜ ਤੱਕ ਇਨਸਾਫ ਨਹੀਂ ਮਿਲਿਆ, ਕਿ ਅੱਜ ਇਹਦਾ ਇਨਸਾਫ ਮਿਲੂ ਕਿ ਦਿਸ ਵਿਲ ਬੀ ਅਨਦਰ ਵਾਸ਼ ਆਊਟ। ਅਫਸੋਸ ਇਸ ਗੱਲ ਦਾ ਹੈ, ਜਿਹੜਾ ਦੇਸ਼ ਨੂੰ ਅੰਨ ਦੇਵੇ, ਜਿਹੜਾ ਆਪਣੀ ਟੇਬਲ ਤੇ ਰੋਟੀ ਪਹੁੰਚਾਵੇ, ਇਹਨਾਂ ਵਿਚਾਰਿਆਂ ਦਾ ਮਸਲਾ ਉਨਾ ਹੀ ਸੀ ਕਿ ਅਸੀਂ ਕਾਰਪੋਰੇਟਸ ਦੇ ਹੱਥ ਨਹੀਂ ਪੈਣਾ ਚਾਹੁੰਦੇ, ਮਗਰ ਇਹਨਾਂ ਨੂੰ ਹਰ ਤਰੀਕੇ ਦੀ ਜਦ ਬਦਨਾਮ ਕਰਨ ਦੀ ਸਾਜ਼ਿਸ਼ਾਂ ਫੇਲ ਹੋ ਗਈਆਂ, ਆਪਣੇ ਘੁਸਪੈਠੀਏ ਵਾੜੇ। ਔਰ ਉਹ ਘੁਸਪੈਠੀਆਂ ਦੀ ਵੀ ਮੈਂ ਚਾਹੂੰਗਾ ਫੋਟੋਆਂ ਕੁਝ ਜਿਹੜੀਆਂ ਤੁਸੀਂ ਵੇਖੀਆਂ ਹੀ ਨੇ, ਮਗਰ ਵੇਖ ਕੇ ਤਸੱਲੀ ਕਰ ਲਓ। ਉਹ ਜਿਹੜੀਆਂ ਦੀਪ ਸਿੱਧੂ ਵਾਲੀਆਂ ਜਿਹੜੀਆਂ, ਇਹਦੇ ਖਿਲਾਫ ਹਲੇ ਤੱਕ ਇਹ ਬੰਦਾ, ਤੁਸੀਂ ਤਾਂ ਕਹਿੰਦੇ ਹੋ ਅਸੀਂ ਬਾਹਰੋਂ ਲਿਆਉਂਦੇ ਆ ਬੰਦੇ, ਇਹ ਤਾਂ ਹਲੇ ਵੀ ਇੱਥੇ ਕਿਤੇ ਤੁਰਿਆ ਫਿਰਦਾ, ਇਹ ਤਾਂ ਨਹੀਂ ਤੁਹਾਡੇ ਤੋਂ ਫੜਿਆ ਜਾ ਰਿਹਾ, ਹੋਰ ਕੁਝ ਨਹੀਂ। ਤੇ ਇਹਨੂੰ ਲੱਭ ਲਓ, ਇਹ ਜਾਂ ਹੇਮਾ ਮਾਲਿਨੀ ਦੇ ਘਰ ਮਿਲੂ ਤੇ ਜਾਂ ਮਿਲੂ ਇਹਦੀ ਆਪਣਾ ਉਹਦੇ ਘਰ ਸਨੀ ਦਿਓਲ ਦੇ ਘਰੇ, ਲੱਭੂ ਭਾਜਪਾ ਵਾਲੇ ਦੇ ਘਰ ਕਿਸੇ ਦੇ। ਆ ਫੋਟੋਆਂ ਇੱਕ ਨਹੀਂ ਕਈ ਵਜੇ ਤਾਂ ਮਤਲਬ ਆ ਦੇਖੋ ਜੀ, ਇਹਦੀ ਵੱਧ ਨੇੜਤਾ ਇਹਦੀ ਬੀਜੇਪੀ ਨਾਲ ਕੋਈ ਹੋਰ ਸਾਬਿਤ ਕਰਨ ਦੀ ਲੋੜ ਰਹਿ ਗਈ ਆ। ਆ ਇੱਕ ਇੱਥੇ ਰੋਕਿਓ ਜੀ, ਆ ਫੋਟੋ ਵੇਖਿਓ, ਮੈਨੂੰ ਹੈਰਾਨਗੀ ਹੁੰਦੀ ਹੈ। ਜੇ ਅੱਜ ਵੀ ਮੈਂ ਨਹੀਂ ਕਹਿੰਦਾ, ਮੈਂ ਕਹਿੰਦਾ ਅੱਜ ਵੀ ਜੇ ਇਨਸਾਫ ਹੋਵੇ ਤੇ ਕੀ ਇਹ ਆ ਪੈਰ ਕਿੱਥੇ ਆ ਜੀ? ਗੁਰੂ ਦੇ ਸਿੱਖ ਦੇ ਉਹਦੇ ਕੇਸਾਂ ਤੇ, ਉਹਦੇ ਮੂੰਹ ਤੇ। ਇੱਕ ਪੁਲਿਸ ਵਾਲੇ ਨੂੰ ਇਹ ਨਹੀਂ ਸਮਝ ਕਿ ਜਿਹੜੇ ਬੰਦੇ ਨੇ ਸਾਡੇ ਤੇ ਹੱਥ ਨਹੀਂ ਉਠਾਇਆ, ਕੁਝ ਨਹੀਂ ਕੀਤਾ, ਉਹਦੇ ਨਾਲ ਇਸ ਤਰੀਕੇ ਦਾ ਸਲੂਕ ਕਰਨਾ। ਔਰ ਅੱਜ ਉਹਦੇ ਤੇ ਪਤਾ ਨਹੀਂ ਕਿਹੜੀ ਕਿਹੜੀ ਧਾਰਾ ਲਾ ਕੇ ਉਹਨੂੰ ਅੰਦਰ ਦੇਣ ਦਾ ਕੰਮ ਕੀਤਾ। ਇਹ ਬੇਇਨਸਾਫੀ ਹੈ, ਇਹ ਸਟੇਟ ਸਪਾਂਸਰਡ ਟੈਰਰਿਜ਼ਮ ਹੈ। ਔਰ ਇਸ ਜਿਸ ਤਰੀਕੇ ਦੇ ਟੈਰਰਿਜ਼ਮ ਨੂੰ ਕੋਈ ਬਰਦਾਸ਼ਤ ਨਹੀਂ ਕਰ ਸਕਦਾ। ਦੂਜੀ ਫੋਟੋ ਮਤਲਬ ਹੂ ਜਸਟੀਫਾਈਂਗ ਥੀਸ ਫੋਟੋਗ੍ਰਾਫਸ ਕਿ ਹਿਊਮਨ ਰਾਈਟਸ ਵਾਇਲੇਸ਼ਨਸ ਨਹੀਂ ਹੈ। ਔਰ ਇਸ ਨੂੰ ਠੀਕ ਹੈ ਤੁਹਾਡੇ ਵਿਚਾਰ ਨਹੀਂ ਮਿਲਦੇ, ਉਹ ਗੱਲ ਵੱਖਰੀ ਹੈ। ਆਹ ਦੱਸੋ ਆਹ ਕੇਸ ਕਿੱਥੇ ਨੇ, ਇਹਦੇ ਕਿਹਦੇ ਹੱਥ 'ਚ ਨੇ? ਕਿ ਇਹਨਾਂ ਦੇ ਖਿਲਾਫ ਐਕਸ਼ਨ ਹੋਊਗਾ? ਵਿਲ ਦੇ ਬੀ ਡਿਸਮਿਸਡ ਫਰਮ ਸਰਵਿਸ? ਔਰ ਮੇਰਾ ਦੂਜਾ ਨਾਲ ਹੀ ਸਵਾਲ, ਅੱਜ ਮੈਂ ਨਹੀਂ ਆਸ ਰੱਖਦਾ ਦਿੱਲੀ ਪੁਲਿਸ ਤੋਂ ਕੋਈ, ਜਿਹੜਾ ਅੱਜ ਤੱਕ 84 ਦਾ ਨਹੀਂ ਸਾਨੂੰ ਇਨਸਾਫ ਦੇ ਸਕੇ, ਉਹਨਾਂ ਨੇ ਕੀ ਕਰਨਾ? ਅੱਜ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਪੁੱਛਦਾ, ਤੁਸੀਂ ਬੜੀ ਗੱਲ ਸਿੱਖੀ ਦੀ ਕਰਦੇ ਹੋ, ਠੀਕ ਹੈ, ਮੈਂ ਸਮਝਦਾ ਕਿ ਤੁਸੀਂ ਸ਼ਾਇਦ ਗੁਰਸਿੱਖੀ ਦੇ ਪ੍ਰਤੀ ਤੁਹਾਡੀ ਇਮਾਨਦਾਰੀ ਚੰਗੀ ਸੋਚ ਵੀ ਹੋਣੀ, ਮਗਰ ਜੇ ਅੱਜ ਚੰਗੀ ਸੋਚ ਹੈ ਤੇ ਪੰਜਾਬ 'ਚ ਪਰਚੇ ਦਿਓ ਫਿਰ ਜਿਨ੍ਹਾਂ ਨੇ ਕੀਤੇ, ਔਰ ਇਹਨਾਂ ਤੇ ਕਾਰਵਾਈ ਕਰੋ। ਇਹ ਨਹੀਂ ਕਿ 1984 'ਚ ਵੀ ਉਹੀ ਹੋਇਆ ਤੇ 2021 'ਚ ਵੀ ਉਹੀ ਹੋ ਜਾਊਗਾ ਤੇ ਪੰਜਾਬ ਦਾ ਮੁੱਖ ਮੰਤਰੀ ਇੱਕ ਸਿੱਖ ਹੋਵੇ
ਔਰ ਪੰਜਾਬੀ ਇਕੱਲੇ ਵੇਖ ਕੇ ਬਰਦਾਸ਼ਤ ਕਰੀ ਜਾਣਗੇ ਕਿ ਜੋ ਮਰਜ਼ੀ ਕਰ ਦਿਓ, ਜਿਹੜਾ ਮਰਜ਼ੀ ਆ ਕੇ ਰੋਲ ਜਾਏ ਜਿਹਨੂੰ ਮਰਜ਼ੀ। ਇਹ ਗੱਲ ਕਦੇ ਔਰ ਜੇ ਕੈਪਟਨ ਅਮਰਿੰਦਰ ਸਿੰਘ ਨੇ ਇਹਦੇ 'ਚ ਢਿੱਲ ਰੱਖੀ ਤੇ ਫਿਰ ਬੜਾ ਕਲੀਅਰ ਹੈ ਮਸਲਾ। ਜਿਹੜੀ ਗੱਲਾਂ ਪਹਿਲਾਂ ਰੌਲਾ ਪੈਂਦੀਆਂ ਨੇ ਉਹ ਗੱਲਾਂ ਸਾਹਮਣੇ ਆ ਜਾਣੀਆਂ। ਹੁਣ ਮੈਂ ਦੂਜੀ ਵੀਡੀਓ ਵਿਖਾਉਣਾ ਕਿ ਇਸ ਤਰੀਕੇ ਨਾਲ ਜਿਹੜੇ ਉੱਥੇ ਸ਼ਾਂਤਮਈ ਢੰਗ ਨਾਲ ਬੈਠੇ ਆ, ਜਿਨ੍ਹਾਂ ਨੇ, ਮੈਂ ਪਹਿਲਾਂ ਗੱਲ ਕੀਤੀ, ਜਿਨ੍ਹਾਂ ਨੇ ਸਟੇਟ ਸਪਾਂਸਰ ਟੈਰਰਿਜ਼ਮ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਖਿਲਾਫ ਤਾਂ ਹਲੇ ਤੱਕ ਕੋਈ ਕਾਰਵਾਈ ਨਹੀਂ ਤੇ ਜਿਹੜੇ ਸ਼ਾਂਤਮਈ ਢੰਗ ਨਾਲ ਬੈਠੇ ਆ ਉਹਨਾਂ ਤੇ ਕਦੇ ਸਟੋਨ ਪੈਲਟਿੰਗ, ਕਦੇ ਗਾਲਾਂ, ਕਦੇ ਕੁਛ, ਔਰ ਪੁਲਿਸ ਉਹਨਾਂ ਨੂੰ ਐਸਕॉर्ट ਕਰਕੇ ਲੈ ਕੇ ਜਾ ਰਹੀ ਹੈ ਸਾਰਿਆਂ ਨੂੰ ਉਹਨਾਂ ਤੱਕ। ਆ ਅਗਲੀ ਵੀਡੀਓ ਆ ਸੁਣ ਲਓ ਕਿ ਹੂ ਇਜ਼ ਜਸਟੀਫਾਈਂਗ ਥੀਸ ਵੀਡੀਓਜ਼, ਕਿ ਇਹਨਾਂ ਦੇ ਖਿਲਾਫ UAPA ਲੱਗੂਗਾ। ਪੁਲਿਸ ਨਾਲ ਖੜੀ ਹੈ ਔਰ ਇਹ ਜਿੱਥੇ ਪ੍ਰੋਟੈਸਟਰ ਬੈਠੇ ਆ ਉੱਥੇ ਜਾ ਕੇ ਉਹਨਾਂ ਨੂੰ ਉੱਥੇ ਤੱਕ ਲੈ ਕੇ ਜਾਣਾ। ਜਿਵੇਂ ਇੱਕ ਰੂਟ ਡਿਸਾਈਡ ਹੋਇਆ, ਉਸ ਰੂਟ ਤੋਂ ਕੋਈ ਸੱਜੇ ਖੱਬੇ ਨਹੀਂ ਹੋਇਆ, ਮਗਰ ਕੁਝ ਲੋਕਾਂ ਨੂੰ ਲੈ ਕੇ ਪੁਲਿਸ ਲੈ ਕੇ ਗਈ ਰੈੱਡ ਫੋਰਟ ਤੱਕ। ਉਹੀ ਕੰਮ ਇੱਥੇ ਹੋ ਰਿਹਾ। ਔਰ ਇਹ ਦੇਸ਼ ਕੇ ਗੱਦਾरों को ਗੋਲੀ ਮਾਰੋ ਸਾਲੋं को, ਇਹ ਲਫ਼ਜ਼ ਕਿਹਦੇ ਨੇ? ਕਿ ਵਜ਼ੀਰ ਦੇ ਨੇ। ਉਹਦੇ ਵਜ਼ੀਰ ਦੀ ਨਾਂ ਲੈਣ ਦੀ ਲੋੜ ਨਹੀਂ। ਔਰ ਵਜ਼ੀਰ ਕਿਹੜੀ ਪਾਰਟੀ ਦਾ? ਇਸੇ ਪਾਰਟੀ ਦਾ, ਰੂਲਿੰਗ ਪਾਰਟੀ ਦਾ, ਕੇਂਦਰ ਦੀ ਦਾ। ਇਹ ਸਾਰੇ ਕੰਮ ਕਰਕੇ ਕੀ ਤੁਸੀਂ ਇਸ ਤਰ੍ਹਾਂ ਪੀਸਫੁਲੀ ਆਪਦੇ ਹੱਕਾਂ ਦੀ ਲੜਾਈ ਲੜ ਰਹੇ, ਆਪਦੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ, ਸਾਡੇ ਬਜ਼ੁਰਗਾਂ ਨੂੰ, ਸਾਡੀਆਂ ਮਾਵਾਂ ਨੂੰ, ਸਾਡੇ ਬੱਚਿਆਂ ਨੂੰ, ਸਾਡੇ ਧੀਆਂ ਭੈਣਾਂ ਨੂੰ ਇਸ ਤਰ੍ਹਾਂ ਤੁਸੀਂ ਕੀ ਉਹਨਾਂ ਨੂੰ ਜਲੀਲ ਕਰਕੇ ਡਰਾ ਕੇ ਉੱਥੋਂ ਭਜਾ ਲਓਗੇ? ਮੇਰੇ ਵੀਰੋ, I condemn this in the strongest of words and I feel that history it's repeating itself। ਇਤਿਹਾਸ ਆਪਦੇ ਆਪ ਨੂੰ ਦੁਬਾਰ ਤੋਂ ਦੁਹਰਾ ਰਿਹਾ। ਤੇ ਜੇ ਅੱਜ ਦਿੱਲੀ ਦੀ ਕੇਂਦਰ ਦੀ ਸਰਕਾਰ ਇਹਨਾਂ ਪੁਲਿਸ ਵਾਲਿਆਂ ਦੇ ਖਿਲਾਫ ਜਾਂ ਉਹਨਾਂ ਨੇ ਕਾਰਕੁਨ ਜਿਹੜੇ ਪ੍ਰਾਈਵੇਟ ਡਰੈਸ ਤੇ ਸੀ, ਔਰ ਇਹ ਵੀ ਕਿਹਾ ਜਾਂਦਾ ਕਈ ਪੁਲਿਸ ਵਾਲੇ ਵਰਦੀ ਪੁਲਿਸ ਦੀ ਸੀ, ਅੱਗੇ ਸੀ ਉਹ ਵਰਕਰ ਜਾਂ ਸਮਰਥਕ ਇਹਨਾਂ ਦਾ, ਜੇ ਉਹਨਾਂ ਦੇ ਖਿਲਾਫ ਵੀ UAPA ਦੇ ਤਹਿਤ ਪਰਚਾ ਦਰਜ ਨਹੀਂ ਹੋਊਗਾ, ਫਿਰ ਸਪਸ਼ਟ ਹੋ ਜਾਊਗਾ ਕਿ ਸਾਡੇ ਦੇਸ਼ 'ਚ ਪੀਸਫੁਲੀ ਪ੍ਰੋਟੈਸਟ ਕਰ ਲੈ ਕਿਸਾਨਾਂ ਵਾਸਤੇ, ਅੰਨਦਾਤਾ ਵਾਸਤੇ ਮਾਪਦੰਡ ਹੋ ਰਿਹਾ ਤੇ ਰੂਲਿੰਗ ਪਾਰਟੀ ਲਈ ਮਾਪਦੰਡ ਹੋ ਰਿਹਾ। ਇਸ ਲਈ ਅੱਜ ਅਸੀਂ ਜਿੱਥੇ ਜਿਹੜਾ ਪੁਲਿਸ ਨੇ ਸੇਫ ਪੈਸੇਜ ਦਿੱਤਾ ਗਿਆ ਇਹਨਾਂ ਪ੍ਰੋਟੈਸਟਰਸ ਨੂੰ ਟੂ ਗੋ ਐਂਡ ਗਾਲੀ ਕੱਢਣ ਵਾਸਤੇ ਤੇ ਸਟੋਨ ਥਰੋਇੰਗ ਵਾਸਤੇ, ਉਹਦੀ ਜਾਂਚ, ਗੁਰੂ ਦੇ ਸਿੱਖ ਦੀ ਦਸਤਾਰ, ਉਹਦੀ ਪੱਗ ਲਾਉਣੀ, ਉਹਦੇ ਕੇਸਾਂ ਦੀ ਬੇਅਦਬੀ ਕਰਨੀ, ਉਹਦੇ ਕਕਾਰਾਂ ਦੀ ਬੇਅਦਬੀ ਕਰਨੀ, ਉਹਦੇ ਖਿਲਾਫ ਕਾਰਵਾਈ। ਇਸੇ ਤਰ੍ਹਾਂ ਜੋ ਉੱਥੇ ਕਾਰਵਾਈਆਂ ਹੋਰ ਵੀ ਆ ਕੇ ਇਹ ਵੀ ਸਾਹਮਣੇ ਆਈਆਂ ਫੋਟੋਆਂ ਪੈਟਰੋਲ ਬੰਬਸ ਦੀਆਂ। ਉਹ ਸ਼ੁਕਰ ਹੈ ਕਿ ਹਾਲੇ ਉਹ ਕਾਰਵਾਈ ਨੂੰ ਇਲਜ਼ਾਮ ਨਹੀਂ ਦੇ ਸਕੇ, ਨਹੀਂ ਤਾਂ ਇਹ ਫੋਟੋਆਂ ਵੀ ਉੱਥੇ ਤੁਰੀ ਫਿਰਦੀਆਂ ਸੱਚੀਆਂ ਝੂਠੀਆਂ ਦੀ ਵੀ ਇਨਕੁਆਇਰੀ ਹੋਵੇ। ਇੱਕ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਕਿ ਇੱਥੇ ਪਤਾ ਨਹੀਂ ਕੀ ਹੋ ਜਾਣਾ। ਵੇਖੋ, ਭਾਈਚਾਰਕ ਸਾਂਝ ਪੰਜਾਬੀ ਉਹ ਹੈ ਜਿਹਦੀ ਰੋਜ਼ਮर्रा ਦੀ ਅਰਦਾਸ ਕੀ ਹੈ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਤਾਂ ਸਰਬੱਤ ਦੇ ਭਲੇ ਵਾਸਤੇ ਸਾਨੂੰ ਗੁਰੂ ਸਾਹਿਬ ਨੇ ਸਬੱਤ ਬਖਸ਼ੀ ਹੈ ਔਰ ਦਿਨ ਰਾਤ ਇੱਕ ਕਰਕੇ ਇਹ ਦੇਸ਼ ਦੇ ਭਲੇ ਵਾਸਤੇ, ਮਨੁੱਖਤਾ ਦੇ ਭਲੇ ਵਾਸਤੇ ਪੰਜਾਬੀਆਂ ਨੇ ਆਪਦੀਆਂ ਕੁਰਬਾਨੀਆਂ ਦਿੱਤੀਆਂ। ਇਸ ਤਰੀਕੇ ਦੇ ਨਾਲ ਉਹਨਾਂ ਨੂੰ ਜਲੀਲ ਕਰਨਾ, ਬਦਨਾਮ ਕਰਨਾ, ਇਹ ਕਦੇ ਵੀ ਕੋਈ ਪੰਜਾਬੀ ਬਰਦਾਸ਼ਤ ਨਹੀਂ ਕਰ ਸਕਦਾ। ਔਰ ਮੈਂ ਆਸ ਕਰਦਾ, ਉਮੀਦ ਕਰਦਾ ਕਿ ਜਾਂ ਤਾਂ ਦਿੱਲੀ ਦੀ ਸਰਕਾਰ ਐਕਸ਼ਨ ਲਵੇ, ਜੇ ਨਹੀਂ ਲੈਂਦੀ ਤੇ ਕੈਪਟਨ ਅਮਰਿੰਦਰ ਸਿੰਘ ਕੁਝ ਕਰਨ। ਅਸੀਂ ਉਹਨਾਂ ਨੂੰ ਲਿਖਤੀ ਅਸੀਂ ਇੱਕ ਕ੍ਰਿਮੀਨਲ ਕੰਪਲੇਂਟ ਦੇਣ ਲੱਗੇ ਆ ਔਰ ਮੈਂ ਚਾਹੂੰਗਾ ਕਿ ਉਹਨਾਂ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਕਿਸੇ ਗੁਰਸਿੱਖ ਦੇ ਨਾਲ ਇਸ ਤਰੀਕੇ ਦਾ ਨਾ ਬੇਪੱਤੀ ਹੋਈ, ਉਹਦੇ ਖਿਲਾਫ ਐਕਸ਼ਨ ਹੋਵੇ। ਔਰ ਅਸੀਂ ਇਹ ਕੇਸ ਲੜਨ ਵਾਸਤੇ ਜੋ ਹਿਊਮਨ ਰਾਈਟਸ ਦੇ ਵਾਇਲੇਸ਼ਨ ਨੇ, ਮਨੁੱਖੀ ਅਧਿਕਾਰਾਂ ਦੇ ਵਾਇਲੇਸ਼ਨਸ ਨੇ, ਆ ਧਾਰਨੀ ਸਾਹਿਬ ਨੇ, ਸਾਬਕਾ ਸਾਡੇ ਬਾਰ ਦੇ ਪ੍ਰਧਾਨ ਰਹੇ ਆ, ਬੜੇ ਸੀਨੀਅਰ ਵਕੀਲ ਨੇ, ਇਹਨਾਂ ਦੇ ਨਾਲ ਅਸੀਂ 3 ਨੰਬਰ ਮੈਂ ਸ਼ੇਅਰ ਕਰ ਰਿਹਾ। ਸਭ ਤੋਂ ਪਹਿਲਾਂ ਧਾਰਨੀ ਸਾਹਿਬ ਦਾ ਨੰਬਰ 98 150
00026। दूजा नंबर सोपती साहब का हाई कोर्ट का 98-145 91-011। तीजा नंबर साडे बाजवा साहब हाई कोर्ट के वकील ने 7814400060। जिन्हां नाल बेइंसाफी हुई है उन्हां सारियां दे केस श्रोमणी अकाली दल लड़ूगा, फ्री ऑफ कॉस्ट लड़ूगा। साडी जिम्मेवारी बनती है, ਅਸੀਂ ਆਪ ਦੇ ਆਪ ਤੇ ਇਹ ਸਮਝਾਂਗੇ। ਸਾਡੀ ਇਹ ਖੁਸ਼ਕਿਸਮਤੀ ਹੈ ਜੇ ਅਸੀਂ ਕਿਸੇ ਤਰੀਕੇ ਦੀ ਵੀ ਇਸ ਸੰਘਰਸ਼ 'ਚ ਆਪ ਦਾ ਯੋਗਦਾਨ ਪਾ ਕੇ ਉਹ ਕੇਸ ਲੜ ਸਕੇ। ਔਰ ਨਾਲ ਹੀ ਜਿਹੜੇ 100 ਤੋਂ ਵੱਧ ਨੌਜਵਾਨਾਂ ਦੀ ਜ਼ਿਕਰ ਆ ਰਿਹਾ ਕਿ ਦੇ ਆਰ ਮਿਸਿੰਗ, ਉਹਨਾਂ ਵਾਸਤੇ ਵੀ ਜਿਹੜੇ ਮਾਪੇ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਆ, ਅਸੀਂ ਇੱਥੇ ਵੀ ਤੇ ਅਸੀਂ ਬੜੀ ਛੇਤੀ ਸਿੰਘੂ ਬਾਰਡਰ ਤੇ ਜਾਂ ਦੂਜੇ ਬਾਰਡਰ ਤੇ ਹਲੇ ਸਲਾਹ ਕਰਨੀ ਆ, ਉੱਥੇ ਇੱਕ ਲੀਗਲ आप दा सैटअप खोलन लगे हैं कि नाल दी नाल एप्लीकेशन प्रोसैस होके जिथे भी लोड़ है उत्थे वो एप्लीकेशन भेजियां जा सकन। धन्नवाद जी। एक मैं लास्ट फोटो कह दिया जी, और जिहड़ा दूजा नहीं लभ रहा, मैनूं तां हैरानगी होई सी। वैसे वो भी पंजाब तुहानूं याद कराउण लई दिखा रहा। कल्ली आ एक फोटो है जिन्हें आ वेख लो किहदे नाल, ये तां कांग्रेस का रंगला सज्जन है ना, ये काम ही है जी। उदों सलाह लैन दिया सी जी, आप देख लो मिनिस्टर सीक्स रिफॉर्म टिक्स फ्रॉम गैंगस्टर। हुण इन्हां नूं लभदा नहीं, ये लभ जाने सारे इन्हां दे घरां वल वेखो जाके, सारे एक एक करके लभ जाने। आ दासी दित्ती जी, होर कोई गल दसो जी। नहीं, असीं कंप्लेंट कल तो फाइल करन लगे हैं जी। ਜ਼ਿਲ੍ਹੇਵਾਰ ਅਸੀਂ ਜਾ ਕੇ SSPs ਨੂੰ ਕੰਪਲੇਂਟਸ ਦਵਾਂਗੇ कि मुख्यमंत्री तक पहुंचाई जान, क्योंकि मैनू तो आस सी कि मुख्यमंत्री साहब आप सू मोटो एक्शन लैणगे। मगर जे किसी गुरु के सिख नाल कुछ हो रहा है, इंसाफ पसंद किसान वीर और कई नौजवान जेडे उत्थे उन्होंने कख नहीं किया, उत्थे लंगर की सेवा ही की। एक मैं फोटो विखा दिया, एक नौजवान ने लंगर की सेवा 24 घंटे उत्थे कली लंगर की सेवा की। आ फोटो है सेवा करदियां दी, आ उहदी फोटो है कुट खांदियां दी। इहदी गलती कोई नहीं, मतलब ही हैज डन नो रॉन्ग। सेवा जाके कर रहा है और सेवा करने वाले का हाल करता। आ दूजी फोटो है, ये वही दो नौजवान ने, एक रणजीत सिंह ते एक हैगा जी नवां शहर तो, ते दूजा नौजवान है इथों बरनाले तो, पंदेर पिंड तो। देखो अज अखबारां च भी रिपोर्ट, मैं वही कह रहा ना, टुडेज नंबर जेड़ा असी नंबर दिते है, जेड़ा देखो ये लीगल प्रक्रिया है सीधी कि जेड़ा कोई मिसिंग है वो तो एप्लीकेशन लैके लीगली प्रोसैस करके ओनू दिल्ली अथॉरिटीज तक पहुंचाना, ते जे दिल्ली नहीं सुनू फिर सीधे हाई कोर्ट जाना जी। ये मजाक थोड़ी है कि रातों रात 100 पंजाबी मुंडे गायब हो जान जी। पता तो होवे की कर रहे हो तुसी, किसे नाल की होया, की उन्हां दी गलती है, की कीदा जुर्म है। क्योंकि वीडियोज तो बड़ियां आई, एक लाल किले चो गोली वजदे दी भी आई है एक नौजवान ते। इसलिए बड़ा कुछ है जिसकी क्लैरिटी कोई नहीं। और मैं जी दूजी गल कहना चाहना, देखो एक पासे ट्रंप का अकाउंट सस्पेंड हो गया, ये जेडे अज भी लाइव हो रहे हैं आ 2-3 जने जिन्हों का पहला सारी किसान जथेबंदियां जिदा नाम लै रही कि इन्होंने जाके गंद पाता, सारे काम नूं डीरेल करता। पंजाब सारा कह रहा जिन्होंने गद्दार के रूप च अज हर देशवासी की दुनिया के लोग वेख रहे हैं, उन्होंने अकाउंट हले भी चल रहे, वो जो मर्जी लाइव हो जाए। नहीं मेरा की, मैं तो पुलिस मैं असी जो लिखना लिखांगे, मगर मिली भुगत की मैं गल कर रहा। इंटरनेट कैन 17 डिस्ट्रिक्ट च इंटरनेट डाउन हो सकता है, मगर ना पंजाब की सरकार इन्हों फड़ रही है, तो ना सेंटर की सरकार इन्हों फड़ रही है, क्योंकि थोड़ा एजेंडा इंप्लीमेंट कर रहे सी। फोटो 84 देखो, मैं ना इसनूं पॉलिटिक्स नाल नहीं जोड़ना चाहता, मैं इसनूं असलीयत नाल जोड़ रहा। आ कांग्रेस की सरकार सी, दिल्ली पुलिस का डंडा उन्हां दे हत्थ च, ते फिर गुरु का सिख अगे सी। अज 2021 च बीजेपी की सरकार है, तो उही दिल्ली पुलिस है, तो उही गुरु का सिख है। ये बड़ी मंदभागी गल है, ये बड़ी अफसोस की गल है कि हिस्टरी इज रिपीटिंग इटसेल्फ। और जे अज भी इन्हां पुलिस वालियां ते जिन्हां ने गालां कड्डियां, स्टोन थ्रोइंग की,
ਇਹ ਸਾਰਾ ਕੁਝ ਕੀਤਾ, ਉਸ ਤਰੀਕੇ ਨਾਲ ਉਹ ਗੁਰਸਿੱਖ ਦੀ ਦਸਤਾਰ, ਉਹਦੇ ਕਕਾਰ, ਉਹਦੇ ਕੇਸਾਂ ਨੂੰ ਹੱਥ ਪਾਇਆ ਤੇ ਉਹਨਾਂ ਤੇ ਕਾਰਵਾਈ ਕੋਈ ਨਹੀਂ ਹੁੰਦੀ। ਫਿਰ ਬੜੀ ਸਥਿਤੀ ਸਪਸ਼ਟ ਹੈ ਕਿ 84 ਚ ਕਾਂਗਰਸ ਚ ਸੀ, ਅੱਜ ਭਾਜਪਾ। ਔਰ ਮਾਈਨੋਰਿਟੀਜ਼ ਦੀ ਗੱਲ ਜੋ ਤੁਸੀਂ ਕਰ ਰਹੇ ਹੋ, ਮੇਰੀ ਕਹਿਣ ਦੀ ਲੋੜ ਨਹੀਂ। ਜੇ ਐਕਸ਼ਨ ਨਹੀਂ ਹੋਇਆ ਤੇ ਬੜੀ ਸਥਿਤੀ ਸਪਸ਼ਟ ਹੋਊਗੀ ਕਿ ਅੱਜ ਮਾਈਨੋਰਿਟੀਜ਼ ਦਾ ਕੀ ਜਗ੍ਹਾ। ਔਰ ਅਫਸੋਸ ਨਾਲ ਮੈਂ ਬਾਰ-ਬਾਰ ਰਿਪੀਟ ਕਰਕੇ ਕਹਿ ਰਿਹਾ, ਜੇ ਪੰਜਾਬੀ ਨਹੀਂ ਨਾ ਪੈਟਰੀਆਟਿਕ, ਜੇ ਪੰਜਾਬੀ ਨਹੀਂ ਨੈਸ਼ਨਲਿਸਟ, ਗਲਵਾਨ ਘਾਟੀ ਤੋਂ ਲੈ ਕੇ 47 ਤੱਕ ਜੇ ਮਾਰ ਚੱਲੀ ਤੇ ਪੰਜਾਬੀ ਨੇ ਚੱਲੀ। ਔਰ ਇਹ ਦੇਸ਼ ਲਈ ਮਰਿਆ, ਇਹ ਦੇਸ਼ ਦੀ ਧਰਤੀ ਦੇ ਨਾਲ ਮਿੱਟੀ ਹੋਇਆ ਕਿਸਾਨ, ਪੀਸਫੁਲ ਅੰਦੋਲਨ ਕਰਦਾ। ਅੱਜ ਉਹਨੂੰ ਬਦਨਾਮ ਕਰੋਗੇ ਤੇ ਮੈਂ ਸਮਝਦਾ ਰੱਬ ਕਦੇ ਮਾਫ ਨਹੀਂ ਕਰੂਗਾ ਕਿਸੇ ਨੂੰ। ਯਾਰ ਦੇਖੋ, ਆਈ ਐਮ ਨੋ ਸਪੋਕਸਪਰਸਨ ਫॉर ਦਿੱਲੀ ਸਟੇਟ ਗਵਰਨਮੈਂਟ, ਮਗਰ ਦਿੱਲੀ ਦੀ ਸਟੇਟ ਗਵਰਨਮੈਂਟ ਦਾ ਰੋਲ ਜਦੋਂ ਦਿੱਲੀ 'ਚ ਅਤਿਆਚਾਰ ਹੋਇਆ ਸੀ ਉਦੋਂ ਵੀ ਉਹਨਾਂ ਦਾ ਕੋਈ ਸਿੱਧਰਾ ਪੱਧਰਾ ਰੋਲ ਨਹੀਂ ਰਿਹਾ। ਉਦੋਂ ਵੀ ਮਾਈਨੋਰਿਟੀ ਕਮਿਊਨਿਟੀ ਨਾਲ ਦਿੱਲੀ ਦੀ ਸਰਕਾਰ ਨੇ ਕੋਈ ਖਲੋਣ ਦਾ ਕੰਮ ਨਹੀਂ ਕੀਤਾ। ਇਸ ਲਈ ਉਹ ਖਲੋਣ ਨਾ ਖਲੋਣ ਮੈਂ ਨਹੀਂ ਉਹਦੇ ਬਾਰੇ ਕਹਿ ਸਕਦਾ, ਅਸੀਂ ਤਾਂ ਖਲੋ ਗਏ। ਮੈਂ ਆਪਣੀ ਗੱਲ ਕਰ ਸਕਦਾ। ਔਰ ਅੱਜ ਮੈਂ ਤੁਹਾਨੂੰ ਦੇਖੋ ਚਾਹੀਦਾ ਸੀ ਅੱਜ ਅਰਵਿੰਦ ਕੇਜਰੀਵਾਲ ਜੀ, ਕਿਉਂਕਿ ਉਹਨਾਂ ਦੀ ਹਦੂਦ ਅੰਦਰ, ਉਹਨਾਂ ਦੀ ਹੱਦਾਂ ਅੰਦਰ, ਉਹਨਾਂ ਦੇ ਬਾਰਡਰ ਤੇ ਇਹ ਸਾਰਾ ਕੁਝ ਵਾਪਰ ਰਿਹਾ। ਚਾਹੀਦਾ ਸੀ ਕਿ ਉਹ ਅੱਗੇ ਹੋ ਕੇ ਆਉਣ, ਨਹੀਂ ਆਏ। ਉਹ ਜਾ ਸਕਦੇ, ਮੈਂ ਨਹੀਂ ਉਹਦੇ ਬਾਰੇ ਦੱਸਦਾ। ਔਰ ਮੈਂ ਅੱਜ ਤੁਹਾਨੂੰ ਦੱਸਦਾ, ਅੱਜ ਸਾਡੇ ਜਹੇਦਾਰ ਤੋਤਾ ਸਿੰਘ ਜੀ 12 ਫਾਰਮਰ ਜਿਹੜੇ ਮਿਸਿੰਗ ਨੇ ਹਲਕਾ ਧਰਮਕੋਟ ਦੇ, ਉਹਨਾਂ ਇੱਕੋ ਪਿੰਡ ਦੇ, ਹਾਂਜੀ ਇੱਕੋ ਪਿੰਡ ਦੇ, ਉੱਥੇ ਜਾ ਕੇ ਆਏ ਆ। ਔਰ ਆਲ ਲੀਗਲ ਹੈਲਪ ਉੱਥੇ ਉਹਨਾਂ ਨੇ ਦੇਣ ਦਾ ਵਿਸ਼ਵਾਸ ਵੀ ਦਿਵਾਇਆ। ਉਹਨਾਂ ਦਾ ਕੇਸ ਆਲਰੇਡੀ ਲੜਨਾ ਸ਼ੁਰੂ ਕਰਤਾ ਕਿਉਂਕਿ ਜਹੇਦਾਰ ਜੀ ਅੱਜ ਉਹਨਾਂ ਘਰ ਜਾ ਆਏ। ਔਰ ਦੂਜਾ 8 ਕਿਸਾਨ ਜਿਹੜੇ ਮਿਸਿੰਗ ਨੇ ਤਲਵੰਡੀ ਸਾਬੋ ਤੋਂ, ਉੱਥੇ ਸਾਡੇ ਜੀਤ ਮਹਿੰਦਰ ਸਿੰਘ ਸਿੱਧੂ ਸਾਹਿਬ ਤੇ ਸਾਡੇ ਯੂਥ ਦੇ ਪ੍ਰਧਾਨ ਰਮਾਣਾ ਜੀ ਜਾ ਕੇ ਆਏ ਆ। ਔਰ ਸਾਡਾ ਬਿਲਕੁਲ ਅਸੀਂ ਕਲੀਅਰ ਕਿ ਇਹ ਸ਼ਾਂਤਮਈ ਅੰਦੋਲਨ ਸੀ, ਪੀਸਫੁਲ ਅੰਦੋਲਨ ਸੀ। ਉਹਨੂੰ ਫੇਲ ਕਰਨ ਵਾਸਤੇ, ਟੋਰਪੀਡੋ ਕਰਨ ਵਾਸਤੇ ਜੋ ਸਟੇਟ ਸਪਾਂਸਰਡ ਲੋਕ ਸਨ, ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ, ਇੱਕ ਜਥੇਬੰਦੀ ਦੇ ਲੀਡਰ 2 ਔਰ 2 ਇਹ ਦੂਜੇ, ਤਿੰਨਾਂ ਚ ਨਾ 13 ਚ ਜਿਨ੍ਹਾਂ ਨੇ ਗੰਦ ਪਾਇਆ, ਉਹਨਾਂ ਦੇ ਖਿਲਾਫ ਐਕਸ਼ਨ ਚਾਹੀਦਾ। ਉਹਨਾਂ ਨੂੰ ਹਾਲੇ ਤੱਕ ਲੰਮਾ ਹੱਥ ਕਿਉਂ ਸਟੇਟ ਦੀ ਸਰਕਾਰ ਤੇ ਸੈਂਟਰ ਦੀ ਸਰਕਾਰ ਦੇ ਰਹੀ ਹੈ? ਦੇਖੋ ਬਾਜਵਾ ਜੀ, ਇਹਨੂੰ ਨਾ ਇਹਦੇ 2 ਪੱਖ ਨੇ। ਇੱਕ ਪੱਖ ਇਹ ਹੈ ਕਿ 31, 32, 41 ਜਥੇਬੰਦੀਆਂ ਦਾ ਕਿਸਾਨੀ ਪਰੇਡ ਕੱਢਣ ਦਾ ਇੱਕ ਵਿਚਾਰ ਬਣਿਆ। ਦਿੱਲੀ ਪੁਲਿਸ ਨਾਲ ਬਹਿ ਕੇ ਇੱਕ ਰੂਟ ਫਾਈਨਲਾਈਜ਼ ਕੀਤਾ ਗਿਆ, ਜਿਸ ਰੂਟ 'ਚ ਲਾਲ ਕਿਲਾ ਨਹੀਂ ਸੀ। ਔਰ ਉਹ 41 ਜਥੇਬੰਦੀਆਂ ਉਸੇ ਨੂੰ ਸਟਿਕ ਕੀਤੀਆਂ, ਕਿਸਾਨ ਉਸੇ ਨੂੰ ਸਟਿਕ ਕੀਤੇ ਉਸ ਰੂਟ ਨੂੰ। ਕਿਹੜੇ ਬੰਦਿਆਂ ਨੂੰ 25-30 ਕਿਲੋਮੀਟਰ ਲਿਜਾ ਕੇ ਉੱਥੇ ਹੁੱਲੜਬਾਜ਼ੀ ਕੀਤੀ ਗਈ, ਲਾਲ ਕਿਲੇ ਦੀ ਵੱਡੀ ਖਬਰ ਬਣਾਈ ਗਈ। ਉਹ ਸਾਰੀ ਚੀਜ਼ ਨੂੰ ਬਿਠਾ ਕੇ ਬੈਨੀਫਿਟ ਕਿਹਨੂੰ ਹੋਇਆ? ਉਸੇ ਸਰਕਾਰ ਨੂੰ ਹੋਇਆ ਜਿਹੜਾ ਪਿਛਲੇ 60 ਦਿਨਾਂ ਦੀ ਕੋਸ਼ਿਸ਼ ਕਰ ਰਹੀ ਸੀ, ਕਦੇ ਇਹਨਾਂ ਨੂੰ ਖਾਲਿਸਤਾਨੀ, ਕਦੇ ਵਿਚੋਲੀਆ, ਕਦੇ ਪਾਕਿਸਤਾਨ ਤੇ ਚਾਈਨਾ ਦੇ ਏਜੰਟ, ਕਦੇ ਨਕਸਲੀ। ਉਹਨਾਂ ਨੂੰ ਫਾਇਦਾ ਹੋਇਆ। ਫਾਇਦਾ ਕਿਸੇ ਕਿਸਾਨ ਨੂੰ ਨਹੀਂ ਹੋਇਆ, ਸਧਾਰਨ ਕਿਸਾਨ ਨੂੰ। ਉਹ ਤਾਂ ਸ਼ਾਂਤਮਈ ਬੈਠਿਆ ਸੀ, ਉਹਦੇ ਧੀ ਪੁੱਤ ਤਾਂ ਬਾਰਡਰ ਵਿੱਚ ਲੜਦੇ ਆ ਤੇ ਸ਼ਹੀਦ ਹੁੰਦੇ। ਇਸ ਲਈ ਇੱਕ ਪੱਖ ਤਾਂ ਉਹ ਕਿ ਇਹ ਫੇਰ ਜਿਵੇਂ ਅੱਜ ਪੁਲਿਸ ਲੈ ਕੇ ਆਈ ਨਾ, ਆ ਜਿਵੇਂ ਮੈਂ ਤੁਹਾਨੂੰ ਵੀਡੀਓ ਵਿਖਾਈ ਆ, ਜਿੱਥੇ ਲੰਗਰ ਵਰਤ ਰਿਹਾ ਉੱਥੇ ਤੱਕ ਬੰਦੇ ਆ ਰਹੇ, ਗਾਲਾਂ ਕੱਢ ਰਹੇ ਮਾਂ ਭੈਣ ਦੀਆਂ। ਇੱਕ ਉਹ ਵੀਡੀਓ, ਫਿਰ ਸਟੋਨ ਪੈਲਟਿੰਗ ਸ਼ੁਰੂ ਕੀਤੀ ਗਈ ਪੁਲਿਸ ਵਾਲੇ ਪਾਸਿਓਂ। ਫਿਰ ਜਦੋਂ ਉਸ ਮੁੰਡੇ ਦੀ ਕਕਾਰਾਂ ਦੀ ਬੇਅਦਬੀ ਹੋਈ, 25-20 ਪੁਲਿਸ ਵਾਲੇ ਉਹਨੂੰ ਕੁੱਟ ਰਹੇ ਆ। ਇਹ ਕਿਹੜੋਂ ਦਾ ਇਨਸਾਫ ਹੈ ਜੀ? ਇਹ ਕਿਹੜੀ ਮਤਲਬ ਇਹ ਇਨਸਾਨੀਅਤ ਹੈ? ਉਦੋਂ ਮਤਲਬ ਮੈਂ ਬਿਲਕੁਲ ਇਹੀ ਗੱਲ, ਬੜੇ ਸ਼ਾਇਦ ਮੇਰੇ ਸਮਝਾਉਣ 'ਚ ਫਰਕ ਰਹਿ ਗਿਆ। ਮੈਂ ਤਾਂ ਸਾਜ਼ਿਸ਼ ਕਹੀ ਰਿਹਾ। ਮੈਂ ਤੁਹਾਨੂੰ ਕਿਹਾ ਕਿ ਪ੍ਰੈਸ ਵਾਲੇ ਵੀਰਾਂ ਨੂੰ ਪਿੱਛੇ ਰੋਕਿਆ ਗਿਆ। ਪੁਲਿਸ ਵਾਲਿਆਂ ਨੇ ਜਾ ਕੇ ਲੋਕਲ ਜਿਹੜੇ ਉੱਥੇ ਇਕੱਠੇ ਹੋਏ ਸੀ, ਜਿਹੜੇ ਇਹ ਸਮਝਿਆ ਹੀ ਜਾ ਸਕਦਾ
बड़ी क्लैरिटी नाल कुछ फोटोआं भी आईयां ने कि वो बीजेपी की पार्टी नाल संबंधित ने जां उन्हां नूं वोटां पाउंदे, उन्हां नाल सलाह मशवरा होया, फिर उन्हां नूं एस्कॉर्ट किया गया जिथे प्रोटेस्ट हो रहा, फिर स्टोन पेल्टिंग कराई गई, फिर आ बयान लवाए गए कि गोली मारो सालों को देश के गद्दारों को। किसान कदों दा गद्दार हो गया देश का भी? और ए लफ्ज किहदे ने? देखो एवरीथिंग इज वेरी फास्ट डिवेलपिंग, फास्ट इमर्जिंग। ये कल के जो हालात बने अज थोड़े नाल ओबवियसली ये 100 तो वध पंजाबी बच्चा जे मिसिंग हो जे तो पार्लीमेंट ते गूंजूगा। जे किसी गुरसिख की जिहड़ा गुरसिख इस देश की शान भी मन्निया जाता है, देश का मान भी मन्निया जाता है, उस गुरसिख नाल देश की राजधानी च इस तरीके के हाल किए जान, 84 वाले सीन रिमाइंड कराए जान, तो पार्लीमेंट च तो गल गूंजूगी। ह्यूमन राइट्स वायलेशन हो गया तो पार्लीमेंट च तो गल गूंजूगी। देखो जी अल्टीमेटम तो बड़ा, मैं तो चाहूँगा वध तो वध 24 घंटे मनुखी अधिकारां दा घान हो रहा है, गुरसिखां दे नाल जाती हो रही है, गुरसिखां दे ककार, गुरसिखां दे केस, गुरसिखां दियां दस्तारां पग्गां छालियां जा रही पुलिस वालों। ते जे अज इत्थे परचा पंजाब च नहीं दर्ज होंदा तो बड़ी गल स्पष्ट होगी कि जिहड़ा रौला फिक्सड मैच का चलदा फिर तो उही है। असी कल जी कंप्लेंट जिलेवार फाइल करन लगे। देखो जिथे भी किसी गुरसिख की जे इस तरीके नाल बेपत्ती होगी तो मेरी साडियां भावनावां तो आहत हो ही रही जी, और साडियां मुख्यमंत्री साहब की जे नहीं हो रही तो वह भी स्पष्ट हो जू। मैं तो चाहूँगा कि कैप्टन साहब आप जाके कंप्लेंट देन और फड़ के कार्रवाई करन, लियाउण उन्होंने दिल्ली पुलिस वालों फड़ के इत्थे। फिर मनजीत सिंह जी के तो जो कह देंगे ना केंद्र वाले ही कर रहे अजकल, बाला कुछ नहीं कर रहे। बाकी उन्हों दी फोटोआं वो जिस मुंडे बारे उन्होंने कहा सी, मुंडे ने उन्होंने सवार के जवाब दे दिता। जिस मुंडे वो वीडियो थोनों मैं शेयर करा देना, वीडियो दे दिओ। जिस मुंडे ते इल्जाम लाए सी, वो कहंदा जी मैं इत्थे एंबूलेंस की सर्विस ते 60 दिन मैं इत्थे गरीबां दी मतलब जिन्हों भी कदे लोड़ पई है फॉर एंबूलेंस और फॉर मैडिकल हैल्प मैं दिंदा आया, और उन्हें बल्कि फटकार पाई है जिन्हां दा तुसीं नौ लिया। इसलिए उन्होंने आप दी मूँह दी खानी पै गई है कि चंगे बंदे का सवाल कर। इस तरह जी असी ना उन्हां नाल स्टेज साडा मकसद है। मेरा अज दा मकसद बड़ा क्लीयर है, और पिछले 60 दिनों का श्रोमणी अकाली दल का मकसद बड़ा क्लीयर है। श्रोमणी अकाली दल ने पार्लीमेंट के अंदर ठोक के इन्हां काले कानूनों के खिलाफ वोट भी पाई और वजीरी तो इस्तीफा दिता। कांग्रेस ने उस वेले वोट नहीं पाई, बाईकाट किया, मतलब टैक्टिकल सपोर्ट बीजेपी की केंद्र की सरकार नूं दिती। साडा उस दिन तो लैके अज तक सिचुएशन बड़ी क्लीयर है। काले कानून वापस होने चाहिए, किसानां नाल देश के अन्नदाता दे नाल इंसाफ होना चाहिए, स्वामीनाथन कमीशन रिपोर्ट लागू होनी चाहिए। सानू कोई स्टेज नाल किसी नाल मकसद कोई नहीं। हाँ जे अत्याचार होऊगा किसी गुरु के सिख नाल जां किसी किसान नाल, ह्यूमन राइट्स वायलेशनस होणगियां, असी आपकी आवाज़ एज अ रिस्पॉन्सिबल पोलिटिकल पार्टी एक देश के नागरिक होने के नाते उठावांगे। हाँ जी बिल्कुल क्या जी, वो तो पहले दिन तो ही जा रहे सी, जा ही रहे सी। जद उन्हां दी आप उत्थे महसूस होया कि घाट है तो होरां नूं भी बेनती की कि अज संघर्ष नूं वड्डी लोड़ है, ये शांतमई संघर्ष है, ये पीसफुल संघर्ष है, तुसीं जाओ।
ਵੇਖੋ ਜੀ 80 ਤੋਂ ਵੱਧ ਕੀਮਤੀ ਜਾਨਾਂ ਚਲੀ ਗਈਆਂ ਨੇ, 67 ਦਿਨ ਲੱਗ ਗਏ ਆ ਉਹਨਾਂ ਦੀ ਮਨ ਕੀ ਬਾਤ ਆਉਣ ਨੂੰ। ਚਾਹੀਦਾ ਤਾਂ ਹੈ ਉੱਥੇ ਜਾ ਕੇ ਦੋਵੇਂ ਹੱਥ ਜੋੜ ਕੇ ਕਿਸਾਨਾਂ ਕੋਲੋਂ ਮਾਫੀ ਮੰਗ ਕੇ ਉਹ ਬਹਾਦਰ ਵੀਰ ਜਵਾਨ ਜਿਹੜੇ ਬਾਰਡਰਾਂ ਤੇ ਤੈਨਾਤ ਹੈ ਉਹਨਾਂ ਦੇ ਮਾਪਿਆਂ ਕੋਲੋਂ ਮਾਫੀ ਮੰਗ ਕੇ ਕਾਲੇ ਕਾਨੂੰਨ ਵਾਪਸ ਲੈਣ ਤੇ ਉਹਨਾਂ ਪਰਿਵਾਰਾਂ ਦੀ ਬਾਹ ਫੜਨ ਦੀ ਗੱਲ ਕਰਨ, ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਨ। ਫਿਰ ਮੈਂ ਸਮਝੂਗਾ ਕਿ ਸਰਕਾਰ ਆਪਣੀ, ਸਰਕਾਰ ਲੋਕਾਂ ਦੀ। ਮਗਰ ਜੇ ਲੋਕਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਇਹ ਅਤਿਆਚਾਰ ਹੋ ਰਿਹਾ, ਜੋ ਸਾਨੂੰ 84 ਦੀ ਯਾਦ ਦਿਵਾ ਰਿਹਾ, ਉਹਨੂੰ ਮੈਂ ਨਹੀਂ ਕਦੇ ਠੀਕ ਸਮਝਦਾ। ਠੀਕ ਹੈ ਜੀ। ਦੇਖੋ ਇਹ ਬੜਾ ਸਪਸ਼ਟ ਹੈ ਜੀ, ਇਹ ਵੀਡੀਓ ਹੀ ਸਭ ਕੁਝ ਦੱਸ ਰਿਹਾ। ਇੱਥੇ ਗੁੰਡਾਗਰਦੀ ਕੌਣ ਕਰ ਰਿਹਾ? ਪੁਲਿਸ ਆਪ ਕਰ ਰਹੀ ਹੈ। ਪੁਲਿਸ ਦਾ ਕੰਮ ਇਹ ਨਹੀਂ ਜੀ ਗਾਲਾਂ ਕੱਢਣੀਆਂ, ਪੁਲਿਸ ਦਾ ਕੰਮ ਇਹ ਨਹੀਂ ਕਿਸੇ ਗੁਰਸਿੱਖ ਦੀਆਂ ਪੱਗ ਕਕਾਰਾਂ ਨੂੰ ਲਾ ਕੇ ਬੇਅਦਬੀ ਕਰਨੀ। ਪੁਲਿਸ ਦਾ ਕੰਮ ਇਹ ਨਹੀਂ ਕਿ ਇੱਕ ਬੰਦਾ ਜਿਹੜਾ ਕਿਸੇ ਨੂੰ ਕੁਝ ਨਹੀਂ ਕਹਿ ਰਿਹਾ ਉਹਨੂੰ ਇਸ ਬੇਰਹਿਮੀ ਨਾਲ ਕੁੱਟਣਾ। ਫਿਰ ਪੁਲਿਸ ਦਾ ਕੰਮ ਇਹ ਨਹੀਂ ਕਿ ਨਾਲ ਤੁਸੀਂ ਪ੍ਰਾਈਵੇਟ ਬੰਦੇ ਲਿਆ ਕੇ ਉਹਨੂੰ ਕਟਾਓ। ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਕਿ ਪੁਲਿਸ ਵਾਲੇ ਅਸਲ ਕਿੰਨੇ ਸੀ ਵਰਦੀ 'ਚ, ਕਿ ਕੋਈ ਹੋਰ ਪਾਰਟੀ ਦੇ ਤਾਂ ਨਹੀਂ। ਔਰ ਜਿਹੜੇ ਇਹ ਕਹਿ ਰਹੇ ਗੋਲੀ ਮਾਰੋ ਸਾਲੋ ਕੋ, ਉਹਨਾਂ ਦਾ ਕੀ ਕਰ ਰਹੇ? ਉਹਨਾਂ ਤੇ ਕੋਈ ਕਾਰਵਾਈ, ਕਾਨੂੰਨ ਵੱਖਰਾ ਹੋ ਗਿਆ। ਫਿਰ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।